ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਗੋਬਿੰਦ ਸਿੰਘ ਗੁਰੂ ਗਤ ਦਾਇਕ ਆਨ ਕੀ ਆਸ ਨਹੀਂ ਮਨ ਰਾਈ ਚਾਤ੍ਰਿਕ ਚੀਤ ਮਹੂਰ ਮਹੂਰਟ ਸਵਾਂਤ ਦੀਦਾਰ ਕਬੈ ਇਹੋ ਪਾਈ ਜੀਉ ਪਤੰਗ ਸਨੇਹ ਕੀ ਡੋਰ ਬੰਦਾ ਡਗ ਡੋਲ ਸੁਲੇਹੋ ਮਿਲਾਈ ਸਿੰਧ ਹੁਤਾਸਣ ਹੈ ਭਵ ਕੀ ਗਤ ਮੋਹਿ ਮਾਇਆ ਕਰ ਲਿਹੋ ਬਚਾਈ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜਿਉ ਕਾਲ ਕਿਰਪਾ ਕਰਾਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ। ਵਾਹਿਗੁਰੂ ਸਾਹਿਬ ਜੀ। ਸੋਰਠ
ਮਹੱਲਾ ਪੰਜਵਾ। ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ। ਹਰ ਗੋਬਿੰਦ ਨਵਾ ਨਿਰੋਆ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ। ਹਰ ਗੋਬਿੰਦ ਨਵਾ ਨਿਰੋਆ, ਰਹਾਉ। ਤਾਪ ਗਿਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ। ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਈ। ਹਲਤ ਪਲਤ ਪ੍ਰਭ ਦੋਵੈ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਹਲਤ ਪਲਤ ਪ੍ਰਭ ਦੋਵੈ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਸੋਰਠ ਮਹੱਲਾ ਪੰਜਵਾ। ਮੇਰਾ ਸਤਿਗੁਰ ਰਖਵਾਲਾ ਹੋਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਕਰੋੜਾਂ ਬ੍ਰਹਮੰਡਾਂ ਦੇ ਮਾਲਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਦੀ ਸੇਵਾ, ਉਸ ਤੋਂ ਉਪਰੰਤ ਗੁਰਬਾਣੀ ਦਾ ਪਾਠ ਜਾਪ ਪੜ੍ਹਿਆ ਸੁਣਿਆ ਗਿਆ ਹੈ, ਜਿਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਉਸ ਦਾ ਪਾਵਨ ਸ਼ਬਦ ਦਾ ਪਾਠ ਆਪਾਂ ਸਰਵਣ ਕੀਤਾ ਹੈ। ਉਸ ਦੇ ਨਾਲ ਨਾਲ ਹੀ ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਪਾਵਨ ਪਵਿੱਤਰ ਇਤਿਹਾਸ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ ਤੱਕ ਕਿਵੇਂ ਸਤਿਗੁਰਾਂ ਨੇ ਸਭ ਕੁਛ ਖਾਲਸੇ ਪੰਥ ਤੋਂ, ਇਸ ਮਨੁੱਖਤਾ ਤੋਂ ਨਿਸ਼ਾਵਰ ਕਰ ਦਿੱਤਾ, ਉਹ ਪਾਵਨ ਪਵਿੱਤਰ ਇਤਿਹਾਸ ਆਪਾਂ ਲੜੀਵਾਰ ਰੂਪ ਦੇ ਅੰਦਰ ਸਰਵਣ ਕਰਦੇ ਆ ਰਹੇ ਹਾਂ। ਜਿਵੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹਨਾਂ
ਹਿੰਦੂਆਂ ਨੇ, ਰਾਜਿਆਂ ਨੇ, ਇਸੇ ਤਰ੍ਹਾਂ ਮੁਸਲਮਾਨਾਂ ਨੇ, ਔਰੰਗਜ਼ੇਬ ਨੇ ਝੂਠੀਆਂ ਕਸਮਾਂ ਖਾਧੀਆਂ ਅਤੇ ਸਤਿਗੁਰਾਂ ਨੇ ਕਿਲ੍ਹਾ ਛੱਡਿਆ। ਅਤੇ ਕਿਲ੍ਹਾ ਛੱਡਣ ਦੇ ਸਾਰ ਹੀ ਇਹਨਾਂ ਨੇ ਹਮਲਾ ਕਰ ਦਿੱਤਾ। ਤਾਂ ਸਰਸਾ ਨਦੀ ਦੇ ਕੰਢੇ 'ਤੇ ਬੜਾ ਭਿਆਨਕ ਜੰਗ ਹੋਇਆ, ਜਿਸ ਦੇ ਅੰਦਰ ਬਾਬਾ ਉਦੇ ਸਿੰਘ ਜੀ, ਬਾਬਾ ਜੀਵਨ ਸਿੰਘ ਜੀ, ਜਿਨ੍ਹਾਂ ਨੇ ਸ਼ਹਾਦਤ ਨੂੰ ਪ੍ਰਾਪਤ ਕੀਤਾ, ਹੋਰ ਬੇਅੰਤ ਸਿੰਘ ਇੱਥੇ ਸ਼ਹੀਦੀਆਂ ਪਾ ਗਏ। ਅਤੇ ਜਦੋਂ ਸਰਸਾ ਨੂੰ ਪਾਰ ਕਰਨ ਲੱਗੇ ਅਤੇ ਸਰਸਾ ਨਦੀ ਦੇ ਰੋੜ ਦੇ ਵਿੱਚ ਬੇਅੰਤ ਜਿਹੜੇ ਸਿੰਘ ਸਨ, ਬਜ਼ੁਰਗ ਸਨ, ਬੱਚੇ ਸਨ ਅਤੇ ਕੀਮਤੀ ਵਸਤੂਆਂ ਜਿਹੜੀਆਂ ਸਨ ਉਹ ਸਰਸਾ ਦੀ ਭੇਟ ਚੜ੍ਹ ਗਈਆਂ। ਜਿੰਨਾ ਸਤਿਗੁਰਾਂ ਦਾ ਸਾਜੋ ਸਮਾਨ ਸੀ ਸਭ ਕੁਝ ਇਹ ਸਰਸਾ ਦੇ ਅੰਦਰ ਰੁੜ ਗਿਆ। ਇੱਥੋਂ ਤੱਕ ਬੜਾ ਇੱਕ ਸੁੰਦਰ ਗ੍ਰੰਥ ਸਤਿਗੁਰਾਂ ਨੇ ਤਿਆਰ ਕਰਵਾਇਆ ਸੀ, ਜਿਸ ਦਾ ਨਾਮ ਵਿਦਿਆ ਸਾਗਰ ਜਾਂ ਵਿਦਿਆਸਰ ਗ੍ਰੰਥ ਸੀ, ਜਿਸ ਦੇ ਅੰਦਰ ਸਤਿਗੁਰਾਂ ਨੇ ਸਾਰੇ ਧਰਮਾਂ ਦੇ ਜਿਹੜੇ ਕੋਈ ਗ੍ਰੰਥ ਹਨ ਉਹਨਾਂ ਦੇ ਉਲੱਥੇ ਕਰਾ ਕੇ ਪੰਜਾਬੀ ਭਾਸ਼ਾ ਦੇ ਅੰਦਰ, ਅਤੇ ਜਿਸ ਦਾ ਆਕਾਰ ਬੜਾ ਵੱਡਾ ਸੀ, 9 ਮਣ ਦਾ ਭਾਰ ਸੀ ਉਸ ਦਾ, ਅਤੇ ਉਸ ਨੂੰ ਗੱਡੇ ਦੇ ਉੱਤੇ ਸੁਭਾਏਮਣ ਕਰਕੇ ਅਤੇ ਪਾਰ ਕਰਾ ਰਹੇ ਸੀ, ਉਹ ਵੀ ਸਰਸਾ ਦੀ ਭੇਟ ਚੜ੍ਹ ਗਿਆ। ਇਸ ਤਰ੍ਹਾਂ ਸਰਸਾ ਨਦੀ ਤੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਨਾਲ ਸਾਹਿਬਜ਼ਾਦੇ ਵੱਡੇ ਅਤੇ ਕੁਝ ਕੁ ਸਿੰਘ ਜਿਹੜੇ ਸਨ ਉਹ ਸਰਸਾ ਤੋਂ ਪਾਰ ਹੋਏ। ਜਦੋਂ ਸਰਸਾ ਤੋਂ ਪਾਰ ਹੋਏ ਅਤੇ ਸਤਿਗੁਰੂ ਜੀ ਅੱਗੇ ਰੋਪੜ ਸ਼ਹਿਰ ਆਉਂਦਾ, ਇੱਧਰ ਨੂੰ ਕੂਚ ਕੀਤਾ। ਜੋ ਮਾਤਾਵਾਂ ਸਨ, ਮਾਤਾ ਸੁੰਦਰ ਕੌਰ ਜੀ, ਇਸੇ ਪ੍ਰਕਾਰ ਮਾਤਾ ਸਾਹਿਬ ਦੇਵਾਂ ਜੀ, ਇਹਨਾਂ ਨੂੰ ਦਿੱਲੀ ਦੀ ਤਰਫ ਤੋਰ ਦਿੱਤਾ। ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਇੱਕ ਜੰਗਲ ਦੇ ਵੱਲ ਨੂੰ ਹੋ ਤੁਰੇ। ਇਸ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਵੇਂ ਰੋਪੜ ਤੋਂ ਲੈ ਕੇ ਚਮਕੌਰ ਸਾਹਿਬ ਤੱਕ ਪਹੁੰਚਣ ਦਾ ਜੋ ਸਫ਼ਰ ਹੈ, ਉਸ ਦੀ ਵਿਚਾਰ ਆਪਾਂ ਅੱਜ ਸਰਵਣ ਕਰਨੀ ਹੈ। ਜਦੋਂ ਸਤਿਗੁਰੂ ਜੀ ਇੱਥੋਂ ਰੋਪੜ ਸ਼ਹਿਰ ਨੂੰ ਤੁਰੇ ਅਤੇ ਰੋਪੜ ਤੋਂ ਅੱਗੇ ਸਤਿਗੁਰੂ ਜੀ ਜਦੋਂ ਤੁਰਨ ਲੱਗੇ ਅਤੇ ਅੱਗੇ ਇੱਕ ਨਗਰ ਆਉਂਦਾ ਹੈ, ਜਿਸ ਦਾ ਨਾਮ ਇਤਿਹਾਸ ਦੇ ਅੰਦਰ ਬੂਰ ਮਾਜਰਾ ਕਰਕੇ ਆਉਂਦਾ। ਉਸ ਨਗਰ ਦੇ ਬਾਹਰਲੀ ਤਰਫ ਸਤਿਗੁਰੂ ਜੀ ਜਾ ਕੇ ਇੱਕ ਖੂਹ ਸੀ, ਖੂਹ ਦੇ ਕਿਨਾਰੇ 'ਤੇ ਉਤਰ ਗਏ। ਸਾਰੇ ਸਿੰਘ ਜਦੋਂ ਉਸ ਖੂਹ ਦੇ ਕੰਢੇ ਉਤਰੇ ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਸਿੰਘ ਨੂੰ ਹੁਕਮ ਕੀਤਾ ਕਿ ਇਸ ਖੂਹ ਦੇ ਵਿੱਚੋਂ ਜਲ ਕੱਢੋ। ਸਿੰਘ ਨੇ ਜਲ ਨੂੰ ਕੱਢਿਆ ਅਤੇ ਸਤਿਗੁਰਾਂ ਨੇ ਉਹ ਜਲ ਲੈ ਕੇ ਆਪਣੇ ਨੇਤਰਾਂ ਵਿੱਚ, ਚਿਹਰੇ ਦੇ ਉੱਤੇ ਅਤੇ ਕੁਝ ਜਲ ਛਕਿਆ। ਇਸੇ ਤਰ੍ਹਾਂ ਜਿਹੜੇ ਬਾਕੀ ਦੇ ਸਿੰਘ ਸਨ ਉਹਨਾਂ ਨੇ ਵੀ ਆਪਣੀ ਇੱਛਾ ਅਨੁਸਾਰ ਜਿਹੜਾ ਜਲ ਸੀ ਜਾਂ 5 ਇਸ਼ਨਾਨਾਂ ਉਸ ਖੂਹ ਦੇ ਜਲ ਦੇ ਵਿੱਚੋਂ ਕੱਢ ਕੇ ਕੀਤੀਆਂ। ਜਦੋਂ ਸਤਿਗੁਰੂ ਜੀ ਕੁਝ ਕੁ ਸਮਾਂ ਰੁਕੇ ਅਤੇ ਫਿਰ ਅੱਗੇ ਚੱਲ ਪਏ। ਜਦੋਂ ਅੱਗੇ ਚੱਲੇ ਰਸਤੇ ਦੇ ਵਿੱਚ ਹੀ ਸਨ ਅਤੇ ਇੱਕ ਮੁਸਲਮਾਨੀ ਫੌਜ ਦਾ ਸਿਪਾਹੀ ਸੀ, ਜਿਹੜਾ ਖਬਰ ਪਹੁੰਚਾਉਣ ਵਾਲਾ ਹੁੰਦਾ। ਉਹ ਸਤਿਗੁਰਾਂ ਦਾ ਸ਼ਰਧਾਲੂ ਸੀ, ਭਾਵਨਾ ਵਾਲਾ ਸੀ, ਕਿਉਂਕਿ ਹਰ ਇੱਕ ਧਰਮ ਦੇ ਅੰਦਰ, ਹਰ ਇੱਕ ਖਿੱਤੇ ਦੇ ਅੰਦਰ ਲੋਕ ਜਿਹੜੇ ਆ ਉਹ ਚੰਗੇ ਮਾੜੇ ਹੁੰਦੇ ਆ। ਇਹ ਵੀ ਫੌਜ ਦੇ ਅੰਦਰ ਨੌਕਰੀ ਕਰਦਾ ਸੀ ਮੁਸਲਮਾਨਾਂ ਦੀ, ਅਤੇ ਇਹ ਸਤਿਗੁਰਾਂ ਦਾ ਸ਼ਰਧਾਲੂ ਸੀ। ਜਦੋਂ ਇਸ ਨੇ ਵੇਖਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹਨ, ਇਹਨੇ ਆਪਣਾ ਘੋੜਾ ਰੋਕਿਆ, ਉਤਰ ਕੇ ਅਤੇ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਇਹਨੇ ਨਮਸਕਾਰ ਕੀਤੀ, ਮੱਥਾ ਟੇਕਿਆ ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਮਹਾਰਾਜ ਮੈਂ ਕੋਈ ਖਬਰ ਅੱਗੇ ਸੂਬਾ ਸਰਹੰਦ ਹੈ ਜਿਹੜਾ ਵਜੀਦ ਖਾਂ,
ਉਹਦੇ ਪਾਸ ਲੈ ਕੇ ਚੱਲਿਆ ਅਤੇ ਉਹ ਖਬਰ ਮੈਂ ਪਹਿਲਾਂ ਤੁਹਾਨੂੰ ਦੱਸਣੀ ਹੈ। ਸਤਿਗੁਰੂ ਜੀ ਕਹਿੰਦੇ ਵੀ ਦੱਸ ਕੀ ਖਬਰ ਹੈ। ਕਹਿੰਦਾ ਮਹਾਰਾਜ ਇੱਕ ਤਾਂ ਫੌਜ ਤੁਹਾਡੇ ਪਿੱਛੇ ਚੜ੍ਹੀ ਆ ਰਹੀ ਹੈ, ਜਿਹੜੀ ਸੂਬਾ ਸਰਹੰਦ ਦੀ ਹੈ, ਲਾਹੌਰ ਦੀ ਹੈ। ਇਸੇ ਤਰ੍ਹਾਂ 22 ਧਾਰ ਦੇ ਰਾਜਿਆਂ ਦੀ ਜਿਹੜੀ ਫੌਜ ਹੈ, ਕਿਉਂਕਿ ਕੁਝ ਰਾਜੇ ਤਾਂ ਪਹਿਲਾਂ ਮਰ ਚੁੱਕੇ ਸਨ, ਜਿਵੇਂ ਕੇਸਰੀ ਚੰਦ ਮਾਰਿਆ ਗਿਆ, ਹਰੀ ਚੰਦ ਮਾਰਿਆ ਗਿਆ, ਭੀਮ ਚੰਦ ਮਰ ਗਿਆ ਸੀ ਘਰੇ। ਥੋੜ੍ਹੀ ਬਹੁਤੀ ਬਚੀ ਜਿਹੜੀ ਕੋਈ ਫੌਜ ਸੀ ਨਾ ਇਹਨਾਂ 22 ਧਾਰ ਦੇ ਰਾਜਿਆਂ ਦੀ, ਉਹ ਹੈ। ਪਰ ਮਹਾਰਾਜ ਇੱਕ ਵੱਡੀ ਖਬਰ ਜਿਹੜੀ ਹੈ ਉਹ ਇਹ ਹੈ ਕਿ ਜਿਹੜਾ ਔਰੰਗਜ਼ੇਬ ਬਾਦਸ਼ਾਹ ਦਿੱਲੀ ਦਾ, ਉਹਨੇ ਇੱਕ ਸੱਜਰੀ ਮਦਦ ਜਿਹੜੀ ਹੈ, ਨਵੀਂ ਫੌਜ ਜਿਹੜੀ ਹੈ ਉਹ ਦਿੱਲੀ ਤੋਂ ਚੜ੍ਹਾਈ ਕਰਕੇ 10 ਲੱਖ ਦੀ ਗਿਣਤੀ ਦੇ ਅੰਦਰ ਇੱਧਰ ਨੂੰ ਆ ਰਹੀ ਹੈ। ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਘੇਰਾ ਤੇ ਇਹਨਾਂ ਸਰਹੰਦ ਦੀ ਫੌਜ ਨੇ, ਲਾਹੌਰ ਦੀ ਫੌਜ ਨੇ ਅਤੇ ਜਾਂ 22 ਧਾਰੀਆਂ ਨੇ ਪਾਇਆ ਸੀ, ਅਤੇ ਗਿਣਤੀ ਇਹਨਾਂ ਦੀ ਵੀ ਤਕਰੀਬਨ 10 ਲੱਖ ਦੇ ਨੇੜੇ ਤੇੜੇ ਸੀ। ਅਤੇ 10 ਲੱਖ ਫੌਜ ਜਿਹੜੀ ਉਹ ਇਕੱਲੇ ਔਰੰਗਜ਼ੇਬ ਨੇ ਭੇਜੀ ਸੀ, ਜਿਸ ਦਾ ਜਰਨੈਲ ਖਵਾਜਾ ਮਰਦੂਦ ਉਹਦੀ ਕਮਾਂਡ ਹੇਠ ਆ ਰਹੀ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸੇ ਕਰਕੇ ਔਰੰਗਜ਼ੇਬ ਨੂੰ ਜ਼ਫਰਨਾਮੇ ਦੇ ਅੰਦਰ ਇਹ ਬਚਨ ਕਹੇ ਸਨ ਕਿ ਉਹ ਫੌਜ ਤੂੰ ਭੇਜੀ ਜਿਹੜੀ ਸਾਨੂੰ ਖਬਰ ਦੇ ਵਿੱਚ ਹੀ ਨਹੀਂ ਸੀ, ਬੇਖਬਰੇ ਹੀ ਤੂੰ ਇਹ ਫੌਜ ਭੇਜ ਦਿੱਤੀ 10 ਲੱਖ। ਗੁਰੂ ਕਲਗੀਧਰ ਮਹਾਰਾਜ ਜੀ ਨੇ ਬਚਨ ਲਿਖੇ, ਗੁਰਸਨਹ ਚਿਕਾਰੇ ਕੁਨਦ ਚਹਿਲ ਨਰ, ਕਿ 10 ਲੱਖ ਬਾਰ ਆਇਦ ਬਰੋ ਬੇਖਬਰ। ਸਤਿਗੁਰੂ ਜੀ ਕਹਿੰਦੇ ਬੇਖਬਰੇ ਤੂੰ ਇਹ 40 ਜਿਹੜੇ ਸਿੰਘ ਸਨ ਭੁੱਖਣ ਭਾਣੇ, ਇਹਨਾਂ ਨੂੰ ਘੇਰਨ ਵਾਸਤੇ 10 ਲੱਖ ਫੌਜ ਭੇਜੀ। ਇੰਨਾ ਤੂੰ ਡਰ ਗਿਆ ਖਾਲਸੇ ਦੇ ਕੋਲੋਂ। ਜਦੋਂ ਇਹਨੇ ਖਬਰ ਇਹ ਸਿਪਾਹੀ ਨੇ ਸੁਣਾਈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਨਿਗਾਹ ਪਿੱਛੇ ਚੜ੍ਹੀ ਫੌਜ ਵੱਲ ਮਾਰੀ। ਫਿਰ ਜਿਹੜੀ ਇਹ ਔਰੰਗਜ਼ੇਬ ਵੱਲੋਂ ਅੱਗਿਓਂ ਚੜ੍ਹਦੀ ਆ ਰਹੀ ਸੀ ਉਹਦੇ ਵੱਲ ਨਿਗਾਹ ਮਾਰੀ, ਅਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਚਮਕੌਰ ਸਾਹਿਬ ਦੇ ਵੱਲ ਨਿਗਾਹ ਕੀਤੀ, ਕਿਉਂਕਿ ਇਹ ਨੇੜੇ ਨੇੜੇ ਹਨ ਸਾਰੇ ਅਸਥਾਨ ਉੱਥੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੋਂ ਜਦੋਂ ਇਹ ਸਿਪਾਹੀ ਤੋਂ ਖਬਰ ਸੁਣੀ ਅਤੇ ਸਤਿਗੁਰੂ ਜੀ ਅੱਗੇ ਚੱਲ ਪਏ। ਅੱਗੇ ਲੰਘਣ ਸਾਰ ਜਿਹੜੇ ਉੱਥੋਂ ਦੇ ਰੰਘੜ ਸਨ ਉਹਨਾਂ ਦੇ ਨਾਲ ਉਹ ਸਤਿਗੁਰਾਂ ਦੇ ਵੈਰੀ ਬਣ ਗਏ, ਪਠਾਨ ਸਨ। ਇਹਨਾਂ ਨੇ ਅੱਗਾ ਰੋਕ ਲਿਆ। ਜਦੋਂ ਇਹਨਾਂ ਨੇ ਜੰਗ ਯੁੱਧ ਕਰਨਾ ਚਾਹਿਆ ਫਿਰ ਸਿੰਘਾਂ ਨੇ ਇਹਨਾਂ ਦੇ ਨਾਲ ਜੰਗ ਯੁੱਧ ਕੀਤਾ, ਅਤੇ ਸਤਿਗੁਰੂ ਜੀ ਇੱਕ ਨੇੜੇ ਪਿੰਡ ਕੋਟਲਾ, ਜਿੱਥੋਂ ਦਾ ਨਿਹੰਗ ਖਾਂ ਹੋਇਆ, ਜਿਹੜਾ ਮੁਸਲਮਾਨੀ ਧਰਮ ਦਾ ਸੀ, ਅਤੇ ਇਹ ਪਹਿਲਾਂ ਤੋਂ ਹੀ ਇਹਦਾ ਪਿਤਾ ਨੁਰੰਗ ਖਾਂ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਫਿਰ 7ਵੇਂ ਪਾਤਸ਼ਾਹ ਮਹਾਰਾਜ ਦਾ ਸ਼ਰਧਾਲੂ ਸੀ, ਅਤੇ ਇਹ ਆਪ ਵੀ ਸਤਿਗੁਰਾਂ ਦੇ ਦਰਸ਼ਨ ਕਰਨ ਅਨੰਦਪੁਰ ਸਾਹਿਬ ਆਉਂਦਾ ਜਾਂਦਾ ਸੀ। ਅਤੇ ਸਤਿਗੁਰੂ ਜੀ ਵੀ ਇਹਦੇ ਘਰ ਦੇ ਵਿੱਚ ਜਦੋਂ ਕਿਤੇ ਇੱਧਰ ਦੀ ਜਾਂਦੇ ਅਤੇ ਇਹਦੇ ਘਰ ਦੇ ਵਿੱਚ ਰੁਕ ਕੇ ਜਾਂਦੇ ਸੀ। ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੋਂ ਇਹ ਕੋਟਲਾ ਨਿਹੰਗ ਖਾਂ ਦੇ ਘਰ ਨੂੰ ਚਲੇ ਗਏ, ਅਤੇ ਪਿੱਛੇ ਸਿੰਘਾਂ ਨੇ ਇਹਨਾਂ ਰੰਘੜਾਂ ਦੇ ਨਾਲ ਜੰਗ ਕੀਤਾ। ਬੜਾ ਭਾਰੀ ਭਿਆਨਕ ਯੁੱਧ ਹੋਇਆ ਇੱਥੇ, ਜਿਸ ਦੇ ਅੰਦਰ ਬੇਅੰਤ ਸਿੰਘ ਜਿਹੜੇ ਆ ਉਹ ਸ਼ਹੀਦ ਹੋ ਗਏ, ਅਤੇ ਬੜੀ ਭਿਆਨਕ ਹਾਲਤ ਦੇ ਅੰਦਰ ਬਾਬਾ ਬਚਿੱਤਰ ਸਿੰਘ ਜ਼ਖਮੀ ਹੋ ਗਿਆ। ਇਹ ਉਹ ਬਾਬਾ ਬਚਿੱਤਰ ਸਿੰਘ ਜਿਸ ਨੇ ਲੋਹਗੜ੍ਹ ਦੇ ਕਿਲ੍ਹੇ ਦਾ ਜਦੋਂ ਜੰਗ ਹੋਇਆ ਅਤੇ ਇੱਥੇ 22 ਧਾਰ ਦੇ ਰਾਜਿਆਂ ਨੇ ਜਦੋਂ ਕੋਈ ਵਾਹ ਪੇਸ਼ ਨਹੀਂ ਸੀ ਚੱਲਦਾ, ਫਿਰ ਇਹਨਾਂ ਨੇ ਇੱਕ ਵਿਉਂਤ ਬਣਾਈ ਸੀ ਕਿਲ੍ਹੇ ਦਾ ਦਰਵਾਜ਼ਾ ਤੋੜਨ ਵਾਸਤੇ, ਕਿਉਂਕਿ ਲੋਹਗੜ੍ਹ ਕਿਲ੍ਹੇ ਦਾ ਦਰਵਾਜ਼ਾ ਬੜਾ ਮਜ਼ਬੂਤ ਸੀ, ਟੁੱਟਦਾ ਨਹੀਂ ਸੀ ਇਹਨਾਂ ਤੋਂ। ਫਿਰ ਇਹਨਾਂ ਨੇ ਇੱਕ ਹਾਥੀ ਨੂੰ ਤਿਆਰ ਕਰਕੇ ਉਹਨੂੰ ਸ਼ਸਤਰਾਂ ਬਸਤਰਾਂ ਦੇ ਨਾਲ ਮੜ੍ਹ ਕੇ ਅਤੇ ਉਹਨੂੰ ਬੜਾ ਮਸਤੀ 'ਚ ਲਿਆ ਕੇ ਵੀ ਇਹਦੀ ਟੱਕਰ ਮਰਾਈ ਜਾਏ ਕਿਲ੍ਹੇ ਨੂੰ, ਕਿਲ੍ਹੇ ਦੀ ਜਿਹੜਾ ਦਰਵਾਜ਼ਾ, ਅਤੇ ਫਿਰ ਤੋੜ ਕੇ ਅਤੇ ਅੰਦਰ ਜਾਇਆ ਜਾਏ। ਉਸ ਸਮੇਂ ਦੁਨੀ ਚੰਦ ਸੀ ਜਿਹੜਾ ਉਹ ਤਾਂ ਭੱਜ ਗਿਆ ਸੀ, ਪਰ ਉਸ ਸਮੇਂ ਇਹ ਬਾਬਾ ਬਚਿੱਤਰ ਸਿੰਘ ਸੀ ਜਿਸ ਨੇ ਉਸ ਖੂਨੀ ਹਾਥੀ ਦਾ ਮੁਕਾਬਲਾ ਕੀਤਾ ਸੀ, ਅਤੇ ਐਸੀ ਬਹਾਦਰੀ ਦੇ ਨਾਲ ਕੀਤਾ ਸੀ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਥਾਪੜਾ ਬਖਸ਼ਿਸ਼ ਕੀਤਾ, ਇੱਕ ਵਰਸ਼ਾ ਬਖਸ਼ਿਆ ਨਾਗਣੀ। ਤੇ ਬਾਬਾ ਬਚਿੱਤਰ ਸਿੰਘ ਸਾਹਿਬ ਜੀ ਨੇ ਉਸ ਖੂਨੀ ਹਾਥੀ ਦਾ ਜਿਵੇਂ ਮੁਕਾਬਲਾ ਕੀਤਾ, ਉਹ ਪ੍ਰਸੰਗ ਕਵੀ ਭਾਈ ਸੰਤੋਖ ਸਿੰਘ ਜੀ ਨੇ ਬੜੀ ਸੁੰਦਰ ਕਾਵਿ ਰੂਪ ਦੇ ਅੰਦਰ ਵਰਣਨ ਕੀਤਾ ਹੈ। ਭਾਈ ਸਾਹਿਬ ਨੇ ਬਚਨ ਲਿਖੇ ਹਨ, ਪੱਗ ਕੋ ਬਲ ਰਕਾਬ ਪੈ ਕਰਕੇ ਉਛਰਿਓ ਆਸਣ ਸ਼ੋਰਾ। ਕਹਿੰਦੇ ਜਦੋਂ ਮੁਕਾਬਲਾ ਕੀਤਾ ਬਾਬੇ ਬਚਿੱਤਰ ਸਿੰਘ ਨੇ, ਜਿਹੜਾ ਆਪਣਾ ਪੈਰਾਂ ਦਾ ਭਾਰ ਸੀ ਉਹ ਰਕਾਬਾਂ 'ਤੇ ਕਰ ਲਿਆ, ਭਾਵ ਕਿ ਘੋੜੇ 'ਤੇ ਖੜਾ ਹੋ ਗਿਆ। ਸਕਲ ਸਰੀਰ ਕੋ ਓਜ ਸੰਭਰ ਕੇ, ਆਪਣਾ ਜਿਹੜਾ ਸਰੀਰ ਦਾ ਬਲ ਸੀ ਉਹਨੂੰ ਸੰਭਾਲਿਆ। ਹੈ ਫੰਦਿਓ ਗਜ ਓਰਾ, ਜਿਹੜਾ ਘੋੜਾ ਸੀ ਉਹ ਹਾਥੀ ਦੀ ਤਰਫ ਦੜਾਇਆ। ਜਦੋਂ ਹਾਥੀ ਦੇ ਸਾਹਮਣੇ ਚਲਿਆ ਗਿਆ ਘੋੜਾ, ਸੈਫ ਬਚਾਏ ਚਲਾਏ ਸੋ ਬਰਛਾ ਤਵਾ ਫਲਾਦੀ ਫੋਰਾ। ਕੇਸੀ ਫੁਰਤੀ ਦੇ ਨਾਲ ਬਾਬੇ ਬਚਿੱਤਰ ਸਿੰਘ ਨੇ ਉਹ ਨਾਗਣੀ ਬਰਛਾ ਮਾਰਿਆ, ਜਿਹੜਾ ਫਲਾਦ ਦੇ ਤਵੇ ਮੜੇ ਹੋਏ ਸੀ। ਹਾਥੀ ਦਾ ਇੱਕ ਬੜਾ ਮਰਮ ਸਥਲ ਹੁੰਦਾ, ਬੜੀ ਨਾਜ਼ੁਕ ਜਗ੍ਹਾ ਹੁੰਦੀ ਹੈ ਸਿਰ ਦੇ ਵਿਚਾਲੇ। ਜੇ ਉੱਥੇ ਸੱਟ ਵੱਜੇ ਤੇ ਹਾਥੀ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਦੁਖੀ ਹੋ ਜਾਂਦਾ। ਉੱਥੇ ਤਵੇ ਮੜੇ ਹੋਏ ਸੀ ਇਹਨਾਂ ਨੇ, ਉਹ ਤਵਿਆਂ ਨੂੰ ਚੀਰ ਕੇ ਨਾਗਣੀ ਜਿਹੜੀ ਹਾਥੀ ਦੇ ਮੱਥੇ 'ਚ ਮਾਰੀ ਬਾਬੇ ਬਚਿੱਤਰ ਸਿੰਘ ਨੇ, ਤੇ ਉਹ ਪਿੱਛੇ ਮੁੜਿਆ ਸੀ। ਉਹ ਬਾਬਾ ਬਚਿੱਤਰ ਸਿੰਘ ਨੇ ਇੱਥੇ ਬੜਾ ਭਾਰੀ ਜੰਗ ਯੁੱਧ ਕੀਤਾ ਤੇ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ, ਇਕੱਲੇ ਸਾਹ ਚੱਲਦੇ ਸਨ। ਉਸ ਬਾਬੇ ਬਚਿੱਤਰ ਸਿੰਘ ਨੂੰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਲੈ ਕੇ ਤੇ ਕੋਟਲਾ ਨਿਹੰਗ ਖਾਂ ਦੇ ਘਰ ਪਹੁੰਚੇ, ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਨ। ਉੱਥੇ ਜਾ ਕੇ ਜਦੋਂ ਸਤਿਗੁਰਾਂ ਦੇ ਸਾਹਮਣੇ ਬਾਬੇ ਬਚਿੱਤਰ ਸਿੰਘ ਨੂੰ ਪਾ ਦਿੱਤਾ, ਸਤਿਗੁਰਾਂ ਨੇ ਜ਼ਖਮ ਵੇਖੇ ਕਿ ਬੜੇ ਜ਼ਖਮ ਹਨ ਸਰੀਰ ਦੇ ਉੱਤੇ। ਸਤਿਗੁਰੂ ਜੀ ਇਸ ਨਿਹੰਗ ਖਾਂ ਕੋਟਲੇ ਨੂੰ ਕਹਿਣ ਲੱਗੇ ਵੀ ਤੂੰ ਇਹ ਸਿੰਘ ਦੀ ਸੇਵਾ ਕਰਨੀ ਹੈ। ਤੇ ਉਸ ਸਮੇਂ ਬਾਬਾ ਬਚਿੱਤਰ ਸਿੰਘ ਜੀ ਦੀ ਸੇਵਾ ਇਹਦੀ ਲੜਕੀ ਮੁਮਤਾਜ਼ ਨਾਮ ਕਰਕੇ ਉਹਨੇ ਕੀਤੀ। ਤੇ ਉੱਥੋਂ ਸਤਿਗੁਰੂ ਜੀ ਅੱਗੇ ਤੁਰ ਪਏ, ਬਾਬਾ ਬਚਿੱਤਰ ਸਿੰਘ ਨੂੰ ਇੱਥੇ ਹੀ ਛੱਡ ਗਏ। ਤੇ ਜਦੋਂ ਸ਼ਿਕਾਇਤ ਕਰ ਦਿੱਤੀ ਕਿਸੇ ਨੇ ਪਿੰਡ ਦੇ ਵਿੱਚੋਂ ਕਿ ਇਹਨਾਂ ਦੇ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਆਏ ਹੈ, ਉਹ ਨੇੜੇ ਦੀ ਜਿਹੜੀ ਚੌਂਕੀ ਸੀ, ਥਾਣਾ ਸੀ, ਉੱਥੋਂ ਦੇ ਪੁਲਿਸ ਜਿਹੜੀ ਉਹ ਆ ਗਈ। ਜਦੋਂ ਉਹ ਆ ਗਈ, ਉਹਨਾਂ ਨੇ ਆ ਕੇ ਤਲਾਸ਼ੀ ਲਈ, ਘਰ ਦੇ ਵਿੱਚੋਂ ਕੁਝ ਨਾ ਮਿਲਿਆ। ਤੇ ਇੱਕ ਕਮਰੇ ਦੇ ਵਿੱਚ ਇਸ ਨੇ ਰੱਖਿਆ ਹੋਇਆ ਸੀ ਭਾਈ ਬਚਿੱਤਰ ਸਿੰਘ ਨੂੰ, ਤੇ ਸੇਵਾ ਦੇ ਵਿੱਚ ਇਹਦੀ ਲੜਕੀ ਸੀ। ਜਦੋਂ ਸਿਪਾਹੀਆਂ ਨੇ ਪੁੱਛਿਆ ਵੀ ਇੱਧਰ ਕੌਣ ਹੈ, ਤੇ ਇਹ ਨਿਹੰਗ ਖਾਂ ਨੇ ਆਖਿਆ ਜੀ ਇੱਧਰ ਮੇਰਾ ਧੀ ਤੇ ਜਵਾਈ ਆਰਾਮ ਕਰਦੇ ਹੈ। ਜਦੋਂ ਇਹ ਸ਼ਬਦ ਉਸ ਲੜਕੀ ਦੇ ਕੰਨੀ ਪਏ ਤੇ ਉੱਧਰੋਂ ਭਾਈ ਬਚਿੱਤਰ ਸਿੰਘ ਜੀ ਨੇ ਆਪਣੇ ਸਵਾਸ ਛੱਡ ਦਿੱਤੇ, ਸਵਾਸ ਪੂਰੇ ਹੋ ਗਏ। ਤੇ ਉਹ ਲੜਕੀ ਦਾ ਐਸਾ ਸਿਦਕ ਜਦੋਂ ਉਹਨੇ ਸੁਣਿਆ ਕਿ ਮੇਰੇ ਪਿਤਾ ਨੇ, ਮੇਰਾ ਪਤੀ ਇਸ ਨੂੰ ਕਹਿ ਦਿੱਤਾ, ਭਾਈ ਬਚਿੱਤਰ ਸਿੰਘ ਦੇ ਚਰਨਾਂ 'ਤੇ ਉਹਨੇ ਆਪਣਾ ਸੀਸ ਰੱਖਿਆ। ਤੇ ਉਹਨੇ ਫਿਰ ਸਾਰੀ ਜ਼ਿੰਦਗੀ ਇਤਿਹਾਸ ਦੇ ਅੰਦਰ ਆਉਂਦਾ ਵੀ ਉਹਨੇ ਸ਼ਾਦੀ ਤੋਂ ਇਨਕਾਰ ਕਰ ਦਿੱਤਾ। ਉਹ ਹਰ ਰੋਜ਼ ਭਜਨ ਬੰਦਗੀ ਦੇ ਅੰਦਰ ਜੁੜ ਗਈ। ਜਿੱਥੇ ਭਾਈ ਬਚਿੱਤਰ ਸਿੰਘ ਨੇ ਸਰੀਰ ਛੱਡਿਆ ਸੀ, ਉਸ ਜਗ੍ਹਾ ਦੀ ਉਸ ਨੇ ਧੂਫ ਬੱਤੀ ਕਰਨੀ ਸ਼ੁਰੂ ਕਰ ਦਿੱਤੀ। ਤੇ ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਸਨ, ਉਸ ਜਗ੍ਹਾ ਦੀ ਵੀ ਸੇਵਾ ਉਸੇ ਨੇ ਕੀਤੀ। ਇਸ ਪ੍ਰਕਾਰ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਦੇ ਘਰ ਤੋਂ ਜਦੋਂ ਅੱਗੇ ਤੁਰੇ, ਫਿਰ ਸਤਿਗੁਰਾਂ ਨੇ ਚਮਕੌਰ ਸਾਹਿਬ ਦੇ ਵੱਲ ਮੁੱਖ ਕੀਤਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਸਾਹਿਬ ਦੇ ਨੇੜੇ ਜਦੋਂ ਪਹੁੰਚੇ ਤੇ ਇੱਕ ਬਾਗ ਸੀ, ਉਸ ਬਾਗ ਦੇ ਅੰਦਰ ਸਤਿਗੁਰਾਂ ਨੇ ਉਤਾਰਾ ਕੀਤਾ। ਬਾਗ ਦੇ ਅੰਦਰ ਜਾ ਕੇ ਜਿੰਨੇ ਸਿੰਘ ਸਨ, ਉਸ ਸਮੇਂ ਸਿੰਘਾਂ ਦੀ ਗਿਣਤੀ 35 ਸੀ ਨਾਲ, ਤੇ 5 ਜਿਹੜੇ ਸਿੰਘ ਸਨ ਉਹ ਮਗਰੋਂ ਆ ਕੇ ਰਲੇ, ਜਿਹੜੇ ਪਿੱਛੇ ਜੰਗ ਜੁੰਦ ਕਰਦੇ ਆ ਰਹੇ ਸੀ, ਬੜੇ ਜ਼ਖਮੀ ਹੋ ਕੇ ਉੱਥੋਂ ਉਹ ਸਤਿਗੁਰਾਂ ਦੇ ਪਾਸ ਪਹੁੰਚੇ ਸੀ। ਤੇ ਗਿਣਤੀ ਇੱਥੇ 40 ਬਣ ਗਈ, 2 ਸਾਹਿਬਜ਼ਾਦੇ ਤੇ 40 ਸਿੰਘ ਤੇ ਸਤਿਗੁਰੂ ਜੀ ਆਪ। ਉਹ ਜਿਹੜੇ 5 ਸਿੰਘ ਆਏ ਸਨ ਮਗਰੋਂ, ਉਹਨਾਂ ਨੇ ਫਿਰ ਸਾਰਾ ਹਾਲ ਦੱਸਿਆ। ਕਹਿਣ ਲੱਗੇ ਮਹਾਰਾਜ ਅਨੰਦਪੁਰ ਸਾਹਿਬ ਤੋਂ ਲੈ ਕੇ ਤੇ ਰੋਪੜ ਤੱਕ
ਲਾਸ਼ਾਂ ਹੀ ਲਾਸ਼ਾਂ ਹਨ, ਲੋਥਾਂ ਹੀ ਲੋਥਾਂ ਹਨ, ਐਸਾ ਭਿਆਨਕ ਜੰਗ ਹੋਇਆ। ਅਤੇ ਜਿੱਥੇ ਵੀ ਇੱਕ ਇੱਕ ਸਿੰਘ ਦੀ ਲਾਸ਼ ਪਈ ਹੈ ਉਹਦੇ ਆਲੇ ਦੁਆਲੇ 25-25 30-30 ਮੁਸਲਮਾਨ ਸਿਪਾਹੀ ਪਏ ਹੈ। ਭਾਵ ਕਿ ਇੱਕ ਇੱਕ ਸਿੰਘ ਨੇ 25-25 30-30 ਮੁਸਲਮਾਨਾਂ ਨੂੰ ਮਾਰ ਕੇ ਅਤੇ ਫਿਰ ਸ਼ਹੀਦੀ ਦਿੱਤੀ ਹੈ। ਇਹ ਸਾਰੀ ਵਾਰਤਾ ਜਦੋਂ ਇਹਨਾਂ ਪੰਜਾਂ ਸਿੰਘਾਂ ਨੇ ਸੁਣਾਈ ਅਤੇ ਸਤਿਗੁਰੂ ਜੀ ਬਾਗ ਦੇ ਅੰਦਰ ਬੈਠੇ ਹੈ। ਚਮਕੌਰ ਸਾਹਿਬ ਦੀ ਕੱਚੀ ਹਵੇਲੀ ਦੇ ਵੱਲ ਨਿਗਾਹ ਗਈ ਅਤੇ ਸਤਿਗੁਰੂ ਜੀ ਭਾਈ ਦਇਆ ਸਿੰਘ ਜੀ ਨੂੰ ਕਹਿਣ ਲੱਗੇ ਕਿ ਇੱਥੋਂ ਦਾ ਜਿਹੜਾ ਇਸ ਨਗਰ ਦਾ ਕੋਈ ਸਰਪੰਚ ਹੈ ਉਸ ਨੂੰ ਸੱਦ ਕੇ ਲਿਆਓ। ਅਤੇ ਬਾਬਾ ਦਇਆ ਸਿੰਘ ਜੀ ਗਏ। ਅੱਗੇ ਸੱਥ ਦੇ ਅੰਦਰ ਬਜ਼ੁਰਗ ਬੈਠੇ ਸਨ ਅਤੇ ਉਹਨਾਂ ਦੇ ਵਿੱਚ ਹੀ ਉੱਥੋਂ ਦਾ ਜਿਹੜਾ ਪੈਂਚ ਸੀ ਉਹ ਬੈਠਾ। ਅਤੇ ਭਾਈ ਦਇਆ ਸਿੰਘ ਜੀ ਨੇ ਜਾ ਕੇ ਇਹ ਸਾਰਾ ਹੁਕਮ ਸੁਣਾਇਆ ਸਤਿਗੁਰਾਂ ਦਾ। ਉਹ ਪੈਂਚ ਸੀ ਜਿਹੜਾ ਉਹ ਕਹਿਣ ਲੱਗਿਆ ਮੈਂ ਘਰੇ ਜਾਂਦਾ, ਮੈਂ ਖਾਲੀ ਹੱਥੀਂ ਹਾਂ ਅਤੇ ਸਤਿਗੁਰਾਂ ਦੇ ਦਰਸ਼ਨ ਕਰਨੇ ਆ, ਕੁਝ ਨਾ ਕੁਝ ਭੇਟਾ ਲੈ ਕੇ ਜਾਈਏ। ਅਤੇ ਪਿਆਰੇ ਭਾਈ ਦਇਆ ਸਿੰਘ ਜੀ ਨੇ ਆਪਣੇ ਕੋਲੋਂ 5 ਮੋਹਰਾਂ ਦਿੱਤੀਆਂ ਕਿ ਤੂੰ ਘਰ ਨਾ ਜਾ, ਹੁਣ ਸਮਾਂ ਲੱਗੇਗਾ ਅਤੇ ਤੂੰ ਇੱਧਰ ਨੂੰ ਚੱਲ। ਇਹਨੇ ਜਾ ਕੇ 5 ਮੋਹਰਾਂ ਰੱਖ ਕੇ ਮੱਥਾ ਟੇਕਿਆ ਅਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਇਹ ਹਵੇਲੀ ਸਾਨੂੰ ਚਾਹੀਦੀ ਹੈ, ਇਹਦੇ ਅੰਦਰ ਅਸੀਂ ਪੜਾਅ ਲਾਉਣਾ, ਮੋਰਚਾ ਲਾਉਣਾ, ਫੌਜਾਂ ਚੜ੍ਹਦੀਆਂ ਆ ਰਹੀਆਂ ਅਤੇ ਜੰਗ ਯੁੱਧ ਇੱਥੇ ਕਰਨਾ। ਉਸ ਸਮੇਂ ਇਹ ਜਿਹੜਾ ਪੈਂਚ ਸੀ ਇਸ ਨੇ ਸਤਿਗੁਰਾਂ ਨੂੰ ਆਖਿਆ ਜੀ ਹਵੇਲੀ ਜਿਹੜੀ ਹੈ ਉਹਦੇ ਅੰਦਰ ਪਰਿਵਾਰ ਰਹਿੰਦੇ, ਕਿਉਂਕਿ 5 ਭਰਾ ਸਨ ਆਪੇ ਅਤੇ 5 ਦੇ ਪਰਿਵਾਰ ਸਨ। ਅਤੇ ਇਹ ਥੋੜ੍ਹਾ ਟਾਲ ਮਟੋਲਾ ਕਰਨ ਲੱਗਿਆ। ਪਰ ਦੂਸਰਾ ਜਿਹੜਾ ਸੀ ਉਹਨੇ ਸਤਿਗੁਰਾਂ ਨੂੰ ਆਖਿਆ ਜੀ ਤੁਸੀਂ ਚੱਲੋ, ਮੇਰਾ ਵੀ ਹੱਕ ਬਣਦਾ ਹੈ, ਮੈਂ ਵੀ ਇਹਦਾ ਹੀ ਭਰਾ ਹਾਂ। ਉਹਨੇ ਫਿਰ ਸਤਿਗੁਰਾਂ ਦਾ ਉਤਾਰਾ ਜਿਹੜਾ ਚਮਕੌਰ ਸਾਹਿਬ ਦੇ ਅੰਦਰ ਲਿਜਾ ਕੇ ਕੀਤਾ। ਚਮਕੌਰ ਸਾਹਿਬ ਦੇ ਅੰਦਰ ਫਿਰ ਸਤਿਗੁਰਾਂ ਨੇ ਸਾਰਾ ਘਰ ਪਹਿਲਾਂ ਖਾਲੀ ਕਰਾ ਦਿੱਤਾ। ਜਿੰਨੇ ਇੱਥੇ ਮਾਈ ਭਾਈ ਸਨ, ਬੱਚੇ ਸਨ, ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੋਂ ਹੋਰ ਟਿਕਾਣੇ 'ਤੇ ਚਲੇ ਜਾਓ। ਉੱਥੇ ਫਿਰ ਸਤਿਗੁਰਾਂ ਨੇ ਜਾਣ ਸਾਰ ਸਿੰਘਾਂ ਦੀਆਂ ਡਿਊਟੀਆਂ ਲਾ ਦਿੱਤੀਆਂ, ਮੋਰਚਾਬੰਦੀ ਹੋ ਗਈ। ਉੱਥੇ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਇਹ 10 ਲੱਖ ਫੌਜ ਔਰੰਗਜ਼ੇਬ ਦੀ, ਇਸੇ ਤਰ੍ਹਾਂ ਫਿਰ ਜਿਹੜੀ ਫੌਜ ਇਹਨਾਂ 22 ਧਾਰੀਆਂ ਰਾਜਿਆਂ ਦੀ, ਸਰਹੰਦ ਦੇ ਸੂਬੇ ਦੀ, ਲਾਹੌਰ ਦੇ ਸੂਬੇ ਦੀ, ਇਹਨਾਂ ਦਾ ਮੁਕਾਬਲਾ ਕੀਤਾ। 40 ਸਿੰਘ ਅਤੇ 2 ਸਾਹਿਬਜ਼ਾਦਿਆਂ ਦੇ ਨਾਲ ਬੜਾ ਉੱਥੇ ਦੁਨੀਆ ਦੇ ਅੰਦਰ ਇੱਕ ਅਨੋਖਾ ਜੰਗ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲੜਿਆ, ਜਿਹਦੇ ਅੰਦਰ ਸਤਿਗੁਰਾਂ ਨੇ ਇਹ ਬਚਨ ਸਿੱਧ ਕਰਾਏ ਕਿ 1.25 ਲੱਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਉਹ ਚਮਕੌਰ ਦੇ ਜੰਗ ਦੀ ਵਾਰਤਾ, ਉਹ ਚਮਕੌਰ ਦੇ ਜੰਗ ਦੀ ਕਥਾ, ਉਹ ਆਪਾਂ ਕੱਲ੍ਹ ਨੂੰ ਸਾਂਝਿਆ ਕਰਾਂਗੇ। ਆਓ ਹੁਣ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਲੜੀਵਾਰ ਰੂਪ ਦੇ ਅੰਦਰ ਕਥਾ ਚੱਲ ਰਹੀ ਹੈ, ਉਸ ਦੇ ਵਿੱਚ ਆਪਾਂ ਹਾਜ਼ਰੀਆਂ ਭਰੀਏ, ਸ਼ਬਦ ਦੀ ਵਿਚਾਰ ਨੂੰ ਸਰਵਣ ਕਰੀਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੋਰਠ ਰਾਗ ਦੇ ਅੰਦਰ 620 ਅੰਗ 'ਤੇ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਅੰਦਰ ਇਹ ਕਥਾ ਚੱਲ ਰਹੀ ਹੈ। ਕਿਉਂਕਿ ਇਹ ਵੀ ਵਿੱਦਿਆ ਜਿਹੜੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਨੂੰ ਬਖਸ਼ਿਸ਼ ਕੀਤੀ। ਜਦੋਂ ਜੰਗ ਯੁੱਧ ਕਰਕੇ ਸਤਿਗੁਰੂ ਜੀ ਦਮਦਮਾ ਸਾਹਿਬ ਦੀ ਧਰਤੀ 'ਤੇ ਪਹੁੰਚੇ ਸਨ, ਇੱਥੇ ਸਤਿਗੁਰਾਂ ਨੇ ਫਿਰ ਸਾਰੀ ਬਾਣੀ ਕੰਠੋਂ ਉਚਾਰਨ ਕਰਕੇ ਭਾਈ ਮਣੀ ਸਿੰਘ ਜੀ ਨੂੰ ਲਿਖਾਰੀ ਲਾ ਕੇ, ਸਹਾਇਕ ਲਿਖਾਰੀ ਬਾਬਾ ਦੀਪ ਸਿੰਘ ਜੀ ਨੂੰ ਲਾ ਕੇ ਅਤੇ ਸਾਰੀ ਬਾਣੀ ਸਤਿਗੁਰਾਂ ਨੇ ਲਿਖਵਾਈ ਸੀ। ਅਤੇ ਇੱਥੇ ਹੀ ਫਿਰ ਸਤਿਗੁਰਾਂ ਨੇ ਗੁਰਬਾਣੀ ਦੇ ਅਰਥ ਜਿਹੜੇ ਸਨ ਉਹ ਸਿੰਘਾਂ ਨੂੰ ਸੁਣਾਏ ਸਨ। ਕਿਉਂਕਿ ਜਦੋਂ ਅਨੰਦਪੁਰ ਸਾਹਿਬ ਦੇ ਅੰਦਰ ਇੱਕ ਸਿੱਖ ਨੇ ਬਾਣੀ ਦਾ ਗਲਤ ਉਚਾਰਨ ਕੀਤਾ ਸੀ, ਕਰਤੇ ਕੀ ਮਿਤ ਕਰਤਾ ਜਾਣੈ, ਕੈ ਜਾਣੈ ਗੁਰਸੂਰਾ। ਇੱਥੇ ਇੱਕ ਸ਼ਬਦ ਨੂੰ ਕੈ ਨੂੰ ਕੇ ਪੜ੍ਹਿਆ ਸੀ, ਇੱਕ ਮਾਤਰਾ ਦਾ ਫਰਕ ਪਾਇਆ ਕਿ ਸਤਿਗੁਰਾਂ ਨੇ ਆਖਿਆ ਸੀ ਕਿ ਸਿੰਘ ਬਾਣੀ ਗਲਤ ਪੜ੍ਹਦਾ। ਉਸ ਸਮੇਂ ਫਿਰ ਸੰਗਤਾਂ ਨੇ, ਸਿੰਘਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਤੁਸੀਂ ਕਿਰਪਾ ਕਰਕੇ ਗੁਰਬਾਣੀ ਦਾ ਸ਼ੁੱਧ ਉਚਾਰਨ, ਗੁਰਬਾਣੀ ਦੇ ਸ਼ੁੱਧ ਅਰਥ ਬੋਧ ਦੀ ਸਾਨੂੰ ਕਿਰਪਾ ਕਰੋ।
ਫਿਰ ਸਤਿਗੁਰਾਂ ਨੇ ਉੱਥੇ ਬਚਨ ਕੀਤਾ ਸੀ ਕਿ ਸਮਾਂ ਆਉਣ ਦੇ ਨਾਲ, ਕਿਉਂਕਿ ਹੁਣ ਤਾਂ ਸਮਾਂ ਜੰਗਾਂ ਯੁੱਧਾਂ ਦਾ ਹੈ, ਆਉਣ ਵਾਲੇ ਸਮੇਂ ਦੇ ਅੰਦਰ ਇਹ ਵੀ ਕਿਰਪਾ ਖਾਲਸੇ ਦੇ ਉੱਤੇ ਕਰਾਂਗੇ। ਉਹ ਫਿਰ ਦਮਦਮਾ ਸਾਹਿਬ ਦੀ ਧਰਤੀ 'ਤੇ ਸਤਿਗੁਰਾਂ ਨੇ, ਜਿੱਥੇ ਗੁਰਦੁਆਰਾ ਲਿਖਣਸਰ ਸਾਹਿਬ ਅੱਜ ਵੀ ਸੁਭਾਏਮਾਨ ਹੈ, ਉੱਥੇ ਸਤਿਗੁਰਾਂ ਨੇ ਨਾਲੇ ਇਹ ਬਾਣੀ ਲਿਖਵਾਈ, ਨਾਲੇ ਵਰ ਰੂਪ ਬਚਨ ਉਚਾਰਨ ਕੀਤੇ। ਇਹ ਹੈ ਪ੍ਰਗਟ ਹਮਾਰੀ ਕਾਂਸੀ, ਪੜ੍ਹ ਹੈ ਇਹਾਂ ਢੋਰ ਮਤ ਰਾਸੀ। ਸਤਿਗੁਰਾਂ ਨੇ ਬਚਨ ਕੀਤੇ ਕਿ ਜਿਹੜੇ ਨੇ ਵਿੱਦਿਆ ਪ੍ਰਾਪਤ ਕਰਨੀ ਹੈ ਉਹ ਇੱਥੇ ਆ ਕੇ 35 ਲਿਖੇ, ਊੜਾ ਆੜਾ ਲਿਖੇ ਅਤੇ ਉਹਨੂੰ ਪਕਾਏ ਅਤੇ ਬੋਲੇ, ਸਾਰੀਆਂ ਵਿੱਦਿਆਵਾਂ ਉਹਨੂੰ ਪ੍ਰਾਪਤ ਹੋਣਗੀਆਂ। ਇਹ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੇ ਸਨ। ਇਸ ਪ੍ਰਕਾਰ ਇੱਥੇ ਹੀ ਫਿਰ ਸਤਿਗੁਰਾਂ ਨੇ ਇਸ ਪਾਵਨ ਗੁਰਬਾਣੀ ਦੇ ਅਰਥ ਬੋਧ ਦੀ ਜਿਹੜੀ ਵਿੱਦਿਆ ਉਹ ਬਖਸ਼ਿਸ਼ ਕੀਤੀ, ਜਿਹਦੇ ਤੋਂ ਹੀ ਫਿਰ ਇੱਥੇ ਹੀ ਟਕਸਾਲ ਦੀ ਆਰੰਭਤਾ ਹੋਈ। ਅੱਗੇ ਤੋਂ ਅੱਗੇ ਇਹ ਅਰਥ ਜਿਹੜੇ ਹਨ ਉਹ ਚੱਲਦੇ ਚੱਲਦੇ ਸੰਪਰਦਾ ਦੇ ਅੰਦਰ ਆ ਗਏ। ਸੋ ਆਓ ਆਪਾਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਜੋ ਚੱਲ ਰਹੀ ਹੈ, ਉਹਨਾਂ ਦੇ ਗੁਰਬਾਣੀ ਦੇ ਸ਼ਬਦਾਂ ਦੇ ਜੋ ਭਾਵ ਹਨ ਉਹਨਾਂ ਨੂੰ ਸਮਝੀਏ, ਆਪਣੇ ਜੀਵਨ ਦੇ ਅੰਦਰ ਧਾਰਨ ਕਰੀਏ। ਸਾਰੀ ਸੰਗਤ ਪ੍ਰੇਮ ਦੇ ਨਾਲ ਇੱਕ ਵਾਰੀ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਮੇਰਾ ਸਤਿਗੁਰ ਰਖਵਾਲਾ ਹੋਆ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਰਠ ਰਾਗ ਦੇ ਅੰਦਰ ਇਹ ਬਚਨ ਕਰਦੇ ਹਨ। ਇਹ ਪਾਵਨ ਪਵਿੱਤਰ ਸ਼ਬਦ ਸਤਿਗੁਰਾਂ ਨੇ ਪਰਮੇਸ਼ਰ ਦਾ ਸ਼ੁਕਰ ਕਰਦਿਆਂ ਹੋਇਆਂ ਉਚਾਰਨ ਕੀਤੇ ਹੋਏ ਹਨ, ਕਿਉਂਕਿ ਜਿਸ ਸਮੇਂ ਸਾਹਿਬਜ਼ਾਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਤਾਪ ਹੋ ਗਿਆ ਸੀ, ਅਤੇ ਉਹ ਤਾਪ ਫਿਰ ਸਤਿਗੁਰਾਂ ਨੇ ਜਦੋਂ ਉਤਰਿਆ ਅਤੇ ਸਤਿਗੁਰਾਂ ਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਰਮੇਸ਼ਰ ਦੀ ਸਿਫਤ ਸਲਾਹ ਕਰਦਿਆਂ ਬਾਣੀ ਉਚਾਰਨ ਕੀਤੀ ਸੀ। ਇਸ ਕਰਕੇ ਸਤਿਗੁਰਾਂ ਦਾ ਜ਼ਿਕਰ ਇਹਨਾਂ ਸ਼ਬਦਾਂ ਦੇ ਅੰਦਰ ਆਉਂਦਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਮੇਰਾ ਸਤਿਗੁਰ ਰਖਵਾਲਾ ਹੋਆ, ਕਿ ਸਾਡੇ ਜਿਹੜੇ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹਨ ਉਹੀ ਰਖਵਾਲਾ ਹੋਆ, ਉਹੀ ਸਾਡੀ ਰੱਖਿਆ ਕਰਨ ਵਾਲੇ ਹਨ। ਇਸ ਸੰਸਾਰ ਦੇ ਅੰਦਰ ਰੱਖਿਆ ਕਰਨ ਵਾਲੀ ਮਨੁੱਖ ਨੇ ਬੜੇ ਸਾਧਨ ਬਣਾਏ ਹਨ, ਬੜੇ ਯਤਨ ਮਨੁੱਖ ਕਰਦਾ ਹੈ ਕਿ ਮੇਰੀ ਰੱਖਿਆ ਹੋਵੇ, ਪਰ ਸਤਿਗੁਰੂ ਜੀ ਕਹਿੰਦੇ ਰੱਖਿਆ ਕਰਨ ਵਾਲਾ ਜਿਹੜਾ ਹੈ ਨਾ ਉਹ ਇੱਕੋ ਇੱਕ ਪਰਮੇਸ਼ਰ ਵਾਹਿਗੁਰੂ ਹੈ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕਾ ਅੰਤਰਜਾਮੀ, ਕਿ ਇੱਕੋ ਹੀ ਸੁਆਮੀ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਨਾ ਉਹ ਸਭ ਦੀ ਰੱਖਿਆ ਕਰਨ ਵਾਲਾ ਹੈ। ਉਹ ਉੱਥੇ ਰੱਖਿਆ ਕਰਦਾ ਹੈ ਜਿੱਥੇ ਕੋਈ ਵੀ ਰੱਖਿਆ ਨਹੀਂ ਕਰ ਸਕਦਾ। ਮਾਤ ਗਰਭ ਮਹਿ ਆਪਣ ਸਿਮਰਨ ਦੇਹ, ਤਹਿ ਤੁਮ ਰਾਖਣ ਹਾਰੇ। ਮਾਤਾ ਦੇ ਗਰਭ ਦੇ ਅੰਦਰ ਜੀਵ ਪੁੱਠਾ ਲਟਕਦਾ ਹੈ, ਉੱਥੇ ਰੱਖਿਆ ਹੁੰਦੀ ਹੈ, ਅਤੇ ਉੱਥੇ ਕਰਨ ਵਾਲਾ ਜਿਹੜਾ ਹੈ ਉਹ ਪਰਮੇਸ਼ਰ ਵਾਹਿਗੁਰੂ ਹੈ। ਇਸੇ ਪ੍ਰਕਾਰ ਪ੍ਰਲੋਕ ਦੇ ਅੰਦਰ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਜਿਹ ਪੈਡੈ ਮਹਾ ਅੰਧ ਗੁਬਾਰੀ, ਹਰ ਕਾ ਨਾਮ ਤਹ ਸੰਗ ਉਜਿਆਰੀ। ਕਿ ਜਿਸ ਮਾਰਗ ਦੇ ਕੋਹ ਨਹੀਂ ਗਿਣੇ ਜਾਂਦੇ, ਜਿੱਥੇ ਘੁੱਪ ਹਨੇਰਾ ਹੀ ਹਨੇਰਾ ਹੈ, ਐਸਾ ਜਮਾਂ ਦਾ ਰਸਤਾ ਹੈ, ਉੱਥੇ ਜੇ ਕੋਈ ਰੱਖਿਆ ਕਰਨ ਵਾਲਾ ਹੈ ਤੇ ਉਹ ਪਰਮੇਸ਼ਰ ਵਾਹਿਗੁਰੂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮੇਰਾ ਸਤਿਗੁਰ ਰਖਵਾਲਾ ਹੋਵਾ, ਸਾਡੀ ਰੱਖਿਆ ਕਰਨ ਵਾਲਾ ਵੀ ਉਹ ਪਰਮੇਸ਼ਰ ਵਾਹਿਗੁਰੂ ਸਤਿਗੁਰੂ ਰੂਪ ਦੇ ਅੰਦਰ ਹੋਇਆ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਜਦੋਂ ਔਰੰਗਜ਼ੇਬ ਨੂੰ ਚਿੱਠੀ ਲਿਖੀ ਜ਼ਫਰਨਾਮਾ ਸਾਹਿਬ, ਤਾਂ ਉਸ ਸਮੇਂ ਵੀ ਸਤਿਗੁਰਾਂ ਨੇ ਔਰੰਗਜ਼ੇਬ ਨੂੰ ਇਹ ਕਿਹਾ ਸੀ, ਦੀਨੇ ਕਾਂਗੜ ਦੀ ਧਰਤੀ 'ਤੇ ਬਹਿ ਕੇ ਸਤਿਗੁਰੂ ਜੀ ਕਹਿੰਦੇ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼। ਸਤਿਗੁਰੂ ਜੀ ਕਹਿੰਦੇ ਨਾ ਸਾਡੇ ਕੋਲੇ ਕੋਈ ਜੰਗ ਦਾ ਸਾਜੋ ਸਮਾਨ ਹੈ, ਨਾ ਹੁਣ ਸਾਡੇ ਕੋਲੇ ਕੋਈ ਫੌਜਾਂ ਹਨ, ਨਾ ਹੁਣ ਸਾਡੇ ਕੋਲੇ ਕੋਈ ਧਰਤੀ ਹੈ ਰਹਿਣ ਵਾਸਤੇ,
ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼। ਪਰ ਸਤਿਗੁਰੂ ਜੀ ਕਹਿੰਦੇ ਇੱਕ ਚੀਜ਼ ਸਾਡੇ ਕੋਲੇ ਹੈਗੀ ਹੈ, ਖੁਦਾਵੰਦ ਬਖਸ਼ਿੰਦ ਓ ਐਸ਼ ਅਰਸ਼। ਸਤਿਗੁਰੂ ਜੀ ਕਹਿਣ ਲੱਗੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਨਾ, ਉਹ ਸਾਡੇ ਅੰਗ ਸੰਗ ਹੈ, ਉਹ ਸਾਡੇ 'ਤੇ ਆਪਣੀ ਮਿਹਰ ਦੀ ਨਿਗਾਹ ਕਰਨ ਵਾਲਾ ਹੈ। ਇਸ ਕਰਕੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ। ਫਿਰ ਸਤਿਗੁਰਾਂ ਨੇ ਅੱਗੇ ਹੋਰ ਵੀ ਇਸ ਨੂੰ ਆਖਿਆ ਕਿ ਜਿਹਦੀ ਰੱਖਿਆ ਕਰਨ ਵਾਲਾ, ਜਿਵੇਂ ਜੰਗਲ ਦੇ ਅੰਦਰ ਸ਼ੇਰ ਦਾ ਰਾਜ ਹੁੰਦਾ, ਅਤੇ ਜਿਹੜਾ ਸ਼ੇਰ ਦੀ ਹੀ ਸ਼ਰਨ ਪਿਆ ਹੋਵੇ, ਜਿਹਦੀ ਰੱਖਿਆ ਕਰਨ ਨੂੰ ਹੀ ਸ਼ੇਰ ਹੋਵੇ, ਅਤੇ ਉਹਨੂੰ ਬਾਕੀ ਦੇ ਜੰਗਲ ਦੇ ਜਿਹੜੇ ਜਾਨਵਰ ਆ ਉਹ ਕੀ ਕਰ ਸਕਦੇ ਆ। ਇਸ ਪ੍ਰਕਾਰ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਸ਼ਰਨ ਲੈਣੀ ਹੈ, ਸ਼ੇਰ ਵਾਂਗੂ ਹੈ। ਜਿਹੜਾ ਅਕਾਲ ਪੁਰਖ ਪਰਮੇਸ਼ਰ ਦਾ ਆਸਰਾ ਲੈਣਾ, ਓਟ ਲੈਣੀ ਹੈ, ਉਹ ਸਭ ਤੋਂ ਵੱਡੀ ਹੈ। ਅਤੇ ਜਦੋਂ ਕੋਈ ਪਰਮੇਸ਼ਰ ਦੇ ਲੜ ਲੱਗ ਜਾਂਦਾ, ਉਹਦੀ ਰੱਖਿਆ ਫਿਰ ਪਰਮੇਸ਼ਰ ਵਾਹਿਗੁਰੂ ਆਪ ਕਰਦਾ ਹੈ। ਜਿਵੇਂ ਭਗਤਾਂ ਦੀ ਕੀਤੀ ਹੈ ਨਾ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਮੇਰਾ ਸਤਿਗੁਰ ਰਖਵਾਲਾ ਹੋਆ। ਸਾਡੇ ਸਤਿਗੁਰੂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਦਸੇ ਪਾਤਸ਼ਾਹੀਆਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੀ ਰੱਖਿਆ ਕਰਨ ਵਾਲਾ ਹੈ। ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾ ਨਿਰੋਆ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਨੇ ਧਾਰ ਕਿਰਪਾ ਉਸ ਨੇ ਕਰਕੇ ਪ੍ਰਭ ਹਾਥ ਦੇ ਰਾਖਿਆ। ਪ੍ਰਭੂ ਪਰਮੇਸ਼ਰ ਨੇ ਹੱਥ ਦੇ ਕੇ ਰੱਖਿਆ ਕੀਤੀ ਹੈ। ਹਰ ਗੋਬਿੰਦ ਨਵਾਂ ਨਰੋਆ, ਜੋ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਹਨ, ਇਹ ਨਵੇਂ ਨਰੋਏ, ਭਾਵ ਕਿ ਨਿਰੋਗ ਹੋ ਗਏ। ਇਹਨਾਂ ਦੇ ਸਰੀਰ ਨੂੰ ਜਿਹੜਾ ਕੋਈ ਤਾਪ ਸੀ ਉਹ ਉਤਰ ਗਿਆ ਹੈ। ਇਸੇ ਪ੍ਰਕਾਰ ਜਿਨ੍ਹਾਂ ਸਿੱਖ ਸੇਵਕਾਂ ਦੇ ਉੱਤੇ, ਜੀਵਾਂ ਦੇ ਉੱਤੇ ਪਰਮੇਸ਼ਰ ਵਾਹਿਗੁਰੂ ਆਪਣੀ ਕਿਰਪਾ ਕਰਦਾ ਹੈ, ਆਪਣਾ ਕਿਰਪਾ ਰੂਪੀ ਹੱਥ ਦੇ ਕੇ ਰੱਖਿਆ ਕਰਦਾ ਹੈ, ਉਹ ਵੀ ਸਤਿਗੁਰੂ ਜੀ ਕਹਿੰਦੇ ਨਵਾਂ ਨਿਰੋਆ, ਉਹ ਵੀ ਨਵੇਂ ਨਰੋਏ ਹੋ ਜਾਂਦੇ। ਉਹਨਾਂ ਦੇ ਵਿੱਚੋਂ ਵੀ ਮਨ ਦੇ ਜਿਹੜੇ ਕੋਈ ਰੋਗ ਹਨ, ਕਾਮ ਕ੍ਰੋਧ ਆਦਿਕ ਰੋਗ ਹਨ, ਹੰਕਾਰ ਦਾ ਰੋਗ ਹੈ, ਤ੍ਰਿਸ਼ਨਾ ਦਾ ਰੋਗ ਹੈ, ਇਸੇ ਪ੍ਰਕਾਰ ਇਹ ਜਿਹੜੇ ਔਗਣਾ ਰੂਪੀ ਰੋਗ ਹਨ, ਇਹ ਸਾਰੇ ਹੀ ਉਹਨਾਂ ਦੇ ਉਤਰ ਜਾਂਦੇ ਹੈ। ਅਤੇ ਮਨ ਜਿਹੜਾ ਉਹ ਨਵਾਂ ਨਿਰੋਆ, ਮਨ ਦੇ ਅੰਦਰੋਂ ਸਾਫ ਸਫਾਈ ਹੋ ਜਾਂਦੀ ਹੈ। ਮਨ ਜਿਹੜਾ ਉੱਜਲ ਅਤੇ ਨਿਰਮਲ ਬਣ ਜਾਂਦਾ ਹੈ। ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ। ਸਤਿਗੁਰੂ ਜੀ ਕਹਿੰਦੇ ਸਾਹਿਬਜ਼ਾਦੇ ਦਾ ਜਿਹੜਾ ਤਾਪ ਸੀ ਉਹ ਗਿਆ, ਪ੍ਰਭ ਆਪ ਮਿਟਾਇਆ। ਪ੍ਰਭੂ ਪਰਮੇਸ਼ਰ ਨੇ ਆਪ ਹੀ ਮਿਟਾਇਆ ਹੈ। ਅਤੇ ਜਨ ਕੀ ਲਾਜ ਰਖਾਈ, ਆਪਣੇ ਜਨਾਂ ਨੇ ਜਿਹੜੀ ਅਰਦਾਸ ਬੇਨਤੀ ਕੀਤੀ ਸੀ, ਉਹਦੀ ਲੱਜਿਆ ਉਹ ਪਰਮੇਸ਼ਰ ਨੇ ਆਪ ਹੀ ਰੱਖੀ ਹੈ। ਇਸੇ ਪ੍ਰਕਾਰ ਜਦੋਂ ਕੋਈ ਪਰਮੇਸ਼ਰ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਤਰਲਾ ਲੈਂਦਾ ਹੈ, ਜੋਦੜੀ ਕਰਦਾ ਹੈ, ਤਾਂ ਸਤਿਗੁਰੂ ਜੀ ਕਹਿੰਦੇ ਉਹਦੇ ਜਿਹੜੇ ਕੋਈ ਤਾਪ ਹਨ ਸਰੀਰ ਦੇ, ਮਨ ਦੇ, ਇਸੇ ਤਰ੍ਹਾਂ ਹੋਰ ਤਾਪ ਹਨ, ਉਹ ਸਾਰੇ ਲੈ ਜਾਂਦੇ। ਪ੍ਰਭੂ ਪਰਮੇਸ਼ਰ ਆਪ ਹੀ ਮਿਟਾ ਦਿੰਦਾ ਅਤੇ ਆਪਣੇ ਭਗਤਾਂ ਦੀ ਜਿਹੜੀ ਅਰਦਾਸ ਕਰਨ ਰੂਪ ਲੱਜਿਆ ਉਹਨੂੰ ਰੱਖਦਾ ਹੈ। ਇਸ ਕਰਕੇ ਜਿਨ੍ਹਾਂ ਨੇ ਵੀ ਪਰਮੇਸ਼ਰ ਦੀ ਆਸ ਲਈ ਹੈ, ਉਹਦੇ ਅੱਗੇ ਅਰਦਾਸ ਬੇਨਤੀ ਕੀਤੀ ਹੈ, ਉਹਨਾਂ ਦੀ ਪਰਮੇਸ਼ਰ ਵਾਹਿਗੁਰੂ ਨੇ ਪੈਜ ਰੱਖੀ ਹੈ ਲੋਕ ਪਰਲੋਕ ਦੇ ਅੰਦਰ। ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਈ। ਸਤਿਗੁਰੂ ਜੀ ਕਹਿੰਦੇ ਜਿਹੜਾ ਸਾਧ ਸੰਗਤ ਕਰਦਾ ਹੈ, ਜਾਂ ਜਿਹੜਾ ਸਾਧ ਸੰਗਤ ਦੀ ਸੇਵਾ ਕਰਦਾ ਹੈ, ਜਿਹੜਾ ਸਾਧ ਸੰਗਤ ਦੇ ਵਿੱਚ ਬੈਠ ਕੇ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਸਰਵਣ ਕਰਦਾ ਹੈ, ਤੇ ਸਭ ਫਲ ਪਾਏ, ਉਸ ਨੇ ਸਾਰੇ ਹੀ ਫਲ ਜਿਹੜੇ ਆ ਉਹ ਪ੍ਰਾਪਤ ਕਰ ਲਏ। ਜਾਂ ਸਾਧ ਸੰਗਤ ਦੀ ਸੇਵਾ ਜਦੋਂ ਕੋਈ ਕਰਦਾ, ਤੇ ਉਹ ਸਾਧ ਸੰਗਤ ਦੀ ਸੇਵਾ ਕਰਕੇ ਉਹਨੂੰ ਸਾਰੇ ਫਲ ਮਿਲ ਜਾਂਦੇ। ਸਤਿਗੁਰ ਕੈ ਬਲ ਜਾਈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਐਸੀ ਸਾਧ ਸੰਗਤ ਤੋਂ, ਐਸੇ ਸਤਿਗੁਰੂ ਤੋਂ ਅਸੀਂ ਸਦਾ ਹੀ ਬਲਿਹਾਰ ਜਾਂਦੇ ਹਾਂ। ਹਲਤ ਪਲਤ ਪ੍ਰਭ ਦੋਵੈ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ, ਹਲਤ ਪਲਤ।
ਹਲਤ ਨਾਮ ਇਸ ਲੋਕ ਦਾ ਹੈ, ਪਲਤ ਨਾਮ ਪ੍ਰਲੋਕ ਦਾ ਹੈ। ਜਿਹੜਾ ਅਸੀਂ ਵੇਖਿਆ ਨਹੀਂ, ਜਿੱਥੇ ਹਰੇਕ ਜੀਵ ਇਹ ਪੰਜ ਭੌਤਿਕ ਸਰੀਰ ਨੂੰ ਛੱਡ ਕੇ ਜਾਂਦਾ ਹੈ, ਉਸ ਪ੍ਰਲੋਕ ਦੇ ਅੰਦਰ ਹਲਤ ਪਲਤ ਪ੍ਰਭ ਦੋਵੈ ਸਵਾਰੇ। ਇਹ ਦੋਵੇਂ ਹੀ ਪਰਮੇਸ਼ਰ ਵਾਹਿਗੁਰੂ ਨੇ ਉਹਨਾਂ ਦੇ ਸਵਾਰ ਦਿੱਤੇ। ਹਮਰਾ ਗੁਣ ਅਵਗਣ ਨਾ ਵਿਚਾਰਿਆ। ਜਦੋਂ ਪਰਮੇਸ਼ਰ ਵਾਹਿਗੁਰੂ ਕਿਰਪਾ ਕਰਦਾ ਹੈ, ਉਹ ਗੁਣਾਂ ਦੀ ਅਵਗੁਣਾਂ ਦੀ ਵਿਚਾਰ ਨਹੀਂ ਕਰਦਾ। ਉਹ ਕੇਵਲ ਅਤੇ ਕੇਵਲ ਭਗਤੀ ਵੇਖਦਾ ਹੈ, ਪ੍ਰੇਮ ਵੇਖਦਾ ਹੈ। ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਹਨ, ਭਗਤੀ ਤੋਖਤ ਦੀਨ ਕਿਰਪਾਲਾ, ਗੁਣ ਹੈ ਨਾ ਕਿਤ ਹੀ ਪਿੱਗਾ। ਗੁਣ ਤੇ ਬੜੇ ਹਨ, ਕਿਸੇ ਦੇ ਅੰਦਰ ਵਿਦਿਆ ਦਾ ਗੁਣ ਹੈ, ਕਿਸੇ ਦੇ ਅੰਦਰ ਕੋਈ ਗੁਣ ਹੈ, ਪਰ ਜੇ ਅੰਦਰ ਭਗਤੀ ਨਹੀਂ ਹੈ, ਨਾਮ ਸਿਮਰਨ ਸ਼ਰਧਾ ਭਰੋਸਾ ਨਹੀਂ ਹੈ, ਤਾਂ ਉਹ ਪਰਮੇਸ਼ਰ ਵਾਹਿਗੁਰੂ ਸਤਿਗੁਰੂ ਜੀ ਕਹਿੰਦੇ ਪ੍ਰਸੰਨ ਨਹੀਂ ਹੁੰਦਾ। ਉਹ ਪ੍ਰਮਾਤਮਾ ਜਦੋਂ ਰੀਝਦਾ ਹੈ, ਜਦੋਂ ਉਹ ਕਿਰਪਾ ਕਰਦਾ ਹੈ, ਤੇ ਉਹ ਭਗਤੀ ਦੇ ਹੀ ਕਰਦਾ ਹੈ। ਉਹ ਪ੍ਰੇਮ ਵੇਖਦਾ, ਭਗਤੀ ਵੇਖਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਗੁਣ ਅਵਗਣ ਨਾ ਵਿਚਾਰਿਆ। ਉਹਨੇ ਆਪਣੇ ਸੇਵਕਾਂ ਦੇ ਗੁਣ ਅਤੇ ਅਵਗੁਣ ਨਹੀਂ ਵਿਚਾਰਨ ਕੀਤੇ। ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸੰਸਾਰੀ ਜੀਵਾਂ ਦਾ ਭਲਾ ਕੀਤਾ, ਅਤੇ ਸਤਿਗੁਰੂ ਜੀ ਜੇ ਜਾਂਦੇ ਹੈ ਤੇ ਕੌਡੇ ਰਾਖਸ਼ ਦੇ ਕੋਲ ਜਾਂਦੇ ਆ, ਜਿਹੜਾ ਜੀਵਾਂ ਨੂੰ ਲੋਕਾਂ ਨੂੰ ਫੜਦਾ, ਭੁੰਨ ਭੁੰਨ ਕੇ ਖਾ ਜਾਂਦਾ, ਉਹਦੇ ਕੋਲ ਜਾਂਦੇ ਆ ਅਤੇ ਉਹਨੂੰ ਸਾਧੂ ਬਣਾ ਦਿੰਦੇ ਆ। ਜੇ ਸਤਿਗੁਰੂ ਜੀ ਇੱਕ ਚੋਰ ਦੇ ਕੋਲ ਜਾਂਦੇ ਹੈ, ਉਹਦਾ ਨਾਮ ਭੂਮੀਆ ਹੈ, ਚੋਰੀਆਂ ਕਰਦਾ, ਠੱਗੀਆਂ ਮਾਰਦਾ, ਉਹਨੂੰ ਸਤਿਗੁਰੂ ਜੀ ਸਾਧੂ ਬਣਾ ਦਿੰਦੇ ਆ, ਪਰਮੇਸ਼ਰ ਦੇ ਨਾਲ ਜੋੜ ਦਿੰਦੇ ਆ। ਜੇ ਸਤਿਗੁਰੂ ਜੀ ਸੱਜਣ ਠੱਗ ਦੇ ਕੋਲ ਜਾਂਦੇ ਹੈ ਅਤੇ ਉਹਨੂੰ ਉਪਦੇਸ਼ ਬਖਸ਼ਿਸ਼ ਕਰਦੇ ਆ। ਇਸ ਪ੍ਰਕਾਰ ਜਿਵੇਂ ਮਹਾਨ ਇਤਿਹਾਸ ਬਾਬਾ ਬਿਧੀ ਚੰਦ ਜੀ ਦਾ ਆਉਂਦਾ ਹੈ ਕਿ ਬਾਬਾ ਬਿਧੀ ਚੰਦ ਜੀ ਕਿਵੇਂ ਪਹਿਲਾਂ ਚੋਰੀਆਂ ਕਰਦੇ ਸਨ, ਡਾਕੇ ਮਾਰਨੇ, ਲੁੱਟ ਘਸੁੱਟ ਕਰਨੀ, ਪਰ ਜਦੋਂ ਗੁਰੂ ਦੀ ਸੰਗਤ ਦੇ ਵਿੱਚ ਆ ਗਏ, ਫਿਰ ਐਸੀ ਸੇਵਾ ਕੀਤੀ, ਐਸੀ ਸਤਿਗੁਰਾਂ ਨੇ ਕਿਰਪਾ ਕੀਤੀ, ਸਭ ਕੁਝ ਛੁੱਟ ਗਿਆ। ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਇਹ ਸਤਿਗੁਰਾਂ ਨੇ ਵਰਦਾਨ ਬਖਸ਼ਿਸ਼ ਕੀਤੇ। ਇਸ ਪ੍ਰਕਾਰ ਜਦੋਂ ਕੋਈ ਸ਼ਰਧਾ ਅਤੇ ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ ਭਗਤੀ ਕਰਦਾ ਨਾ, ਪਰਮੇਸ਼ਰ ਦੀ, ਗੁਰੂ ਦਾ ਆਸਰਾ ਲੈਂਦਾ, ਤਾਂ ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਐਸਾ ਦਿਆਲੂ ਕਿਰਪਾਲੂ ਹੈ। ਜਿਵੇਂ ਕਹਿੰਦੇ ਕਿਸੇ ਸਾਧੂ ਨੇ 12 ਸਾਲ ਤਪ ਕੀਤਾ, ਇੱਕ ਪੱਥਰ ਦੀ ਸਿਲਾ ਉੱਤੇ ਬੈਠ ਕੇ। ਉਹ ਪੱਥਰ ਦੀ ਸਿਲਾ 'ਤੇ 12 ਸਾਲ ਬੈਠਾ, ਬੜਾ ਉਹਨੇ ਤਪ ਕੀਤਾ। ਉਹਦੇ ਤਪ ਦੇ ਉੱਤੇ ਪਰਮੇਸ਼ਰ ਵਾਹਿਗੁਰੂ ਪ੍ਰਸੰਨ ਹੋ ਗਿਆ। ਕਹਿੰਦੇ ਜਦੋਂ ਪਰਮੇਸ਼ਰ ਪ੍ਰਸੰਨ ਹੋ ਗਿਆ, ਪ੍ਰਗਟ ਹੋ ਗਿਆ, ਅਤੇ ਪਰਮੇਸ਼ਰ ਨੇ ਆਖਿਆ ਵੀ ਮੰਗ ਕੀ ਮੰਗਦਾ? ਅਤੇ ਪਰਮੇਸ਼ਰ ਨੇ ਆਖਿਆ ਕਿ ਤੂੰ ਕਿਰਪਾ ਕਰਾਉਣੀ ਹੈ ਅਤੇ ਜਾਂ ਪਹਿਲਾਂ ਹਿਸਾਬ ਕਿਤਾਬ ਕਰਾਉਣਾ ਵੀ ਤੂੰ ਇੰਨੀ ਬੰਦਗੀ ਕੀਤੀ ਹੈ ਅਤੇ ਉਹਦਾ ਆਹ ਫਲ ਮੈਨੂੰ ਮਿਲਣਾ ਚਾਹੀਦਾ। ਕਈ ਵਾਰ ਇਨਸਾਨ ਇੱਦਾਂ ਸੋਚਦਾ ਨਾ ਵੀ ਜੇ ਮੈਂ ਇੰਨੇ ਪਾਠ ਕਰਾਂ ਤਾਂ ਫਿਰ ਮੈਨੂੰ ਆਹ ਮਿਲੇਗਾ, ਫਿਰ ਮੈਂ ਇੰਨੀ ਬੰਦਗੀ ਕਰਾਂ, ਮੈਨੂੰ ਆਹ ਮਿਲਣਾ ਚਾਹੀਦਾ। ਅਤੇ ਉਹ ਸਾਧੂ ਕਹਿਣ ਲੱਗਿਆ ਕਿ ਨਹੀਂ, ਪਹਿਲਾਂ ਮੈਂ ਹਿਸਾਬ ਕਿਤਾਬ ਕਰਨਾ ਹੈ। ਮੈਂ 12 ਸਾਲ ਇੱਥੇ ਬੈਠਾ ਰਿਹਾ ਸਿਲਾ ਦੇ ਉੱਤੇ, ਮੈਂ ਇੰਨਾ ਤਪ ਕੀਤਾ, ਮੈਂ ਐਂ ਕੀਤਾ। ਹੰਕਾਰ ਦੇ ਅੰਦਰ ਤਪ ਦਾ ਹੰਕਾਰ ਹੋ ਗਿਆ। ਅਤੇ ਪਰਮੇਸ਼ਰ ਵਾਹਿਗੁਰੂ ਕਹਿਣ ਲੱਗੇ ਤੂੰ ਕਿਰਪਾ ਕਰਾ ਲਾ, ਤੂੰ ਕਹਿ ਦੇ ਵੀ ਕਿਰਪਾ ਕਰ ਦੇ, ਤੂੰ ਇਹ ਨਿਆਂ ਜ਼ਰੂਰੀ ਕਰਾਉਣਾ। ਕਹਿਣ ਲੱਗਿਆ ਜੀ ਨਹੀਂ, ਪਹਿਲਾਂ ਨਿਆਂ ਹੋਣਾ ਚਾਹੀਦਾ। ਤਾਂ ਉਸ ਸਮੇਂ ਪਰਮੇਸ਼ਰ ਵਾਹਿਗੁਰੂ ਕਹਿਣ ਲੱਗੇ ਵੀ ਜੇ ਨਿਆਂ ਹੀ ਕਰਨਾ ਹੈ ਤਾਂ ਇਹ ਪੱਥਰ ਦੇ ਉੱਤੇ ਤੂੰ 12 ਸਾਲ ਬੈਠਾ ਰਿਹਾ, ਪਹਿਲਾਂ ਤਾਂ ਇਹਦਾ ਹਿਸਾਬ ਕਿਤਾਬ ਕਰ। 12 ਸਾਲ ਇਹਨੂੰ ਸਿਰ 'ਤੇ ਚੱਕ, ਤੂੰ ਇਹਦੇ ਸਿਰ 'ਤੇ ਬੈਠਾ ਰਿਹਾ, ਪਹਿਲਾਂ ਇਹਦਾ ਹਿਸਾਬ ਕਿਤਾਬ ਪੂਰਾ ਕਰ ਅਤੇ ਫਿਰ ਦੇਖਾਂਗੇ। ਇਸ ਕਰਕੇ ਜਦੋਂ ਆਪਾਂ ਹਿਸਾਬ ਕਿਤਾਬ 'ਚ ਪੈ ਜਾਂਦੇ ਹਾਂ ਨਾ, ਉਦੋਂ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਨਹੀਂ ਹੁੰਦੀ। ਕਿਸੇ ਵਿਦਵਾਨ ਨੇ ਬਚਨ ਲਿਖੇ ਹਨ, ਕਾਗਦ ਲੇਖਾ ਜਿਉਂ ਕਰੋ ਕਹਾਂ ਪਜਾਵੋ ਨਾਥ, ਅਵਗਣ ਹਮਰੇ ਬਖਸ਼ੀਐ ਮਾਥੈ ਧਰ ਕੈ ਹਾਥ। ਕਿ ਜੇ ਤੇ ਕਾਗਜ਼ਾਂ ਦੇ ਨਾਲ ਹਿਸਾਬ ਕਿਤਾਬ ਕਰਨ ਲੱਗ ਪਏ, ਫਿਰ ਤੇ ਆਪਣੇ ਇੰਨੇ ਅਵਗਣ ਹੈ ਵੀ ਉਹਨਾਂ ਦੀ ਲਿਸਟ ਹੀ ਨਹੀਂ ਮੁੱਕਣੀ।
ਇੰਨੇ ਗੁਨਾਹ ਇੰਨੇ ਪਾਪ ਆਪਾਂ ਕਰ ਜਾਂਦੇ ਹਾਂ ਸਾਰੇ ਦਿਨ ਦੇ ਅੰਦਰ। ਪਾਪ ਆਪਾਂ ਮਨ ਕਰਕੇ ਵੀ ਹੁੰਦੇ ਆ, ਬਾਣੀ ਕਰਕੇ ਵੀ ਹੁੰਦੇ ਆ, ਸਰੀਰ ਕਰਕੇ ਵੀ ਹੁੰਦੇ ਆ। ਇੱਕ ਤਾਂ ਸਰੀਰ ਕਰਕੇ ਕਰਨੇ ਆ ਜਿਹੜੇ ਪ੍ਰਗਟ ਰੂਪ ਦੇ ਅੰਦਰ ਦਿਸ ਜਾਂਦੇ ਆ, ਸਮਾਜ 'ਚ ਆ ਜਾਂਦੇ ਆ। ਇੱਕ ਜ਼ਬਾਨ ਰਾਹੀਂ ਕਰਦੇ ਨੇ ਬੋਲ ਕੇ, ਇੱਕ ਮਨ ਦੇ ਅੰਦਰ ਹੀ ਕਰੀ ਜਾਣੇ, ਜਿਹਨੂੰ ਸਤਿਗੁਰਾਂ ਨੇ ਆਖਿਆ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਆਪਣੇ ਚਿੱਤ ਦੇ ਅੰਦਰ, ਮਨ ਦੇ ਅੰਦਰ ਹੀ ਕਿਸੇ ਦਾ ਬੁਰਾ ਸੋਚੀ ਜਾਣਾ, ਉਹ ਵੀ ਪਾਪ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦੀ ਸ਼ਰਧਾ ਅਤੇ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ ਭਗਤੀ ਕਰਨੀ ਚਾਹੀਦੀ ਹੈ। ਉਹ ਪਰਮੇਸ਼ਰ ਵਾਹਿਗੁਰੂ ਜਦੋਂ ਕਿਰਪਾ ਕਰਦਾ ਹੈ ਨਾ, ਹਲਤ ਪਲਤ ਪ੍ਰਭ ਦੋਵੈ ਸਵਾਰੇ, ਉਹ ਪਰਮੇਸ਼ਰ ਵਾਹਿਗੁਰੂ ਫਿਰ ਉਹਨਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਲੋਕ ਅਤੇ ਪ੍ਰਲੋਕ ਉਹਨਾਂ ਦੇ ਸਵਾਰ ਦਿੰਦਾ ਹੈ। ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਸਤਿਗੁਰੂ ਜੀ ਕਹਿੰਦੇ ਉਹ ਸਾਡਾ ਜੀਵਾਂ ਦਾ ਗੁਣ ਕਿੰਨੇ ਕੁ ਹੈ, ਅਵਗੁਣ ਕਿੰਨੇ ਕੁ ਹੈ, ਇਹ ਵਿਚਾਰ ਨਹੀਂ ਕਰਦਾ। ਜੇ ਭਗਤੀ ਇੰਨੀ ਕੀਤੀ ਹੈ ਅਤੇ ਉਹ ਪਰਮੇਸ਼ਰ ਵਾਹਿਗੁਰੂ ਭਗਤੀ ਦੇ ਵੱਸ ਹੋ ਕੇ ਕਿਰਪਾ ਕਰ ਦਿੰਦਾ ਹੈ। ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ, ਅਟਲ ਬਚਨ ਨਾਨਕ ਗੁਰ ਤੇਰਾ। ਇਹ ਅਟਲ ਨਾ ਟਲਣ ਵਾਲਾ ਬਚਨ ਹੈ ਨਾ ਜਿਹੜਾ, ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮੋਹਰ ਛਾਪ ਲਾ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਚਾਰਨ ਕਰਦੇ ਹਨ ਕਿ ਇਹ ਗੁਰੂ ਸਾਹਿਬ ਜੀ ਆਪ ਜੀ ਦਾ ਅਟਲ ਬਚਨ ਹੈ। ਕਿਉਂਕਿ ਜਦੋਂ ਸਾਹਿਬਜ਼ਾਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਨਮ ਹੋਇਆ ਨਾ, ਅਤੇ ਉਸ ਸਮੇਂ ਜਿਹੜਾ ਇਹ ਪ੍ਰਿਥੀ ਚੰਦ ਸੀ ਨਾ, ਸਤਿਗੁਰਾਂ ਦਾ ਭਰਾ ਗੁਰੂ ਅਰਜਨ ਦੇਵ ਮਹਾਰਾਜ ਦਾ, ਇਹ ਨਹੀਂ ਸੀ ਚਾਹੁੰਦਾ ਕਿ ਇਹਨਾਂ ਦੇ ਘਰ ਦੇ ਵਿੱਚ ਕੋਈ ਸੰਤਾਨ ਹੋਵੇ ਅਤੇ ਇਹ ਗੁਰਤਾ ਗੱਦੀ ਦੇ ਵਾਰਸ ਅੱਗੇ ਆਪਣੇ ਪੁੱਤਰ ਨੂੰ ਬਣਾਉਣ। ਇਹ ਚਾਹੁੰਦਾ ਸੀ ਮੇਰਾ ਪੁੱਤਰ ਜਿਹੜਾ ਮਿਹਰਬਾਨ ਹੈ ਨਾ, ਉਹ ਗੁਰਤਾ ਗੱਦੀ 'ਤੇ ਬੈਠੇ, ਇਹਨਾਂ ਦੇ ਘਰ 'ਚ ਕੋਈ ਸੰਤਾਨ ਨਾ ਹੋਵੇ। ਪਰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਸਨ ਮਾਤਾ ਭਾਨੀ ਜੀ ਨੂੰ। ਜਦੋਂ ਮਾਤਾ ਭਾਨੀ ਜੀ ਨੇ ਬੜੀ ਸੇਵਾ ਕੀਤੀ ਸੀ ਅਤੇ ਉਸ ਸਮੇਂ ਜਦੋਂ ਸਤਿਗੁਰੂ ਜੀ ਪ੍ਰਸੰਨ ਹੋਏ ਸੀ ਅਤੇ ਮਾਤਾ ਭਾਨੀ ਜੀ ਨੇ ਮੰਗਿਆ ਸੀ ਕਿ ਗੁਰਤਾ ਗੱਦੀ ਜਿਹੜੀ ਹੈ ਉਹ ਸਾਡੇ ਘਰ ਦੇ ਵਿੱਚ ਹੀ ਰਵੇ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਲਿਖੇ ਨਾ, ਜਾਨ ਨਾ ਦੇਸਾਂ ਸੋਢੀਓ, ਕਿ ਸੋਢੀਆਂ ਦੀ ਕੁਲ ਦੇ ਵਿੱਚ ਹੀ ਇਹ ਗੁਰਤਾ ਗੱਦੀ ਰਹੇ। ਉਸ ਸਮੇਂ ਸਤਿਗੁਰਾਂ ਨੇ ਬਚਨ ਕੀਤੇ ਸਨ ਕਿ ਇਹ ਗੁਰਤਾ ਗੱਦੀ ਤੁਹਾਡੇ ਘਰ ਦੇ ਵਿੱਚ ਹੀ ਰਹੇਗੀ। ਤੁਹਾਡੇ ਪਤੀ ਗੁਰੂ ਰਾਮਦਾਸ ਮਹਾਰਾਜ ਗੁਰੂ ਹੋਣਗੇ, ਫਿਰ ਤੁਹਾਡੇ ਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਹੋਣਗੇ, ਫਿਰ ਤੁਹਾਡੇ ਪੋਤਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਹੋਣਗੇ। ਉਹ ਬਚਨ ਸਤਿਗੁਰੂ ਜੀ ਕਹਿੰਦੇ ਅਟਲ ਸੀ। ਇਸ ਕਰਕੇ ਸਤਿਗੁਰਾਂ ਨੇ ਇੱਥੇ ਬਚਨ ਉਚਾਰਨ ਕੀਤਾ, ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਇਸ ਪ੍ਰਕਾਰ ਜੋ ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਹਨ, ਇਹ ਅਟਲ ਹਨ, ਇਹ ਨਾ ਟਲਣ ਵਾਲੇ ਬਚਨ ਹਨ। ਜੋ ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਉਚਾਰਨ ਕੀਤਾ ਹੈ ਉਹ ਨਿਰੋਲ ਸੱਚ ਹੈ, ਨਿਰੋਲ ਬ੍ਰਹਮ ਦੀ ਵਿਚਾਰ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਇਹ ਅਟਲ ਬਚਨ ਸਤਿਗੁਰਾਂ ਨੇ ਆਪਣੇ ਬਾਣੀ ਰੂਪ ਦੇ ਅੰਦਰ ਉਚਾਰਨ ਕੀਤੇ ਹਨ। ਸਫਲ ਕਰ ਮਸਤਕ ਧਾਰਿਆ, ਅਤੇ ਜਿਨ੍ਹਾਂ ਦੇ ਮੱਥੇ ਦੇ ਉੱਤੇ ਸਤਿਗੁਰਾਂ ਨੇ ਆਪਣਾ ਕਰ ਕਹੀਏ ਹੱਥ ਜਿਹੜਾ ਉਹ ਰੱਖ ਦਿੱਤਾ, ਉਹਨਾਂ ਦਾ ਜੀਵਨ ਜਿਹੜਾ ਉਹ ਸਫਲ ਹੋ ਗਿਆ। ਉਹ ਇਸ ਸੰਸਾਰ ਦੇ ਵਿੱਚ ਸਫਲੇ ਹੋ ਗਏ। ਆਇਆ ਸਫਲ ਤਾਹੂ ਕੋ ਗਨੀਏ, ਜਾਸ ਰਸਨ ਹਰ ਹਰ ਜਸ ਭਣੀਏ। ਜਿਹੜੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਲੜ ਲੱਗ ਗਏ, ਹਰੀ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜ ਗਏ, ਉਹਨਾਂ ਦਾ ਇਹ ਸੰਸਾਰ ਦੇ ਅੰਦਰ ਆਉਣਾ ਸਤਿਗੁਰੂ ਜੀ ਕਹਿੰਦੇ ਸਫਲਾ ਹੋ ਗਿਆ। ਇਸ ਪ੍ਰਕਾਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਉਪਦੇਸ਼, ਪਾਵਨ ਪਵਿੱਤਰ ਵਿਚਾਰਾਂ ਇਸ ਪਾਵਨ ਸ਼ਬਦ ਦੇ ਰਾਹੀਂ ਆਪਾਂ ਨੂੰ ਬਖਸ਼ਿਸ਼ ਕੀਤੀਆਂ ਹਨ, ਜੋ ਆਪਣੇ ਪੜ੍ਹਨ ਸੁਣਨ ਵਾਲਿਆਂ ਦੇ ਸਭ ਦੇ ਹਿਰਦਿਆਂ 'ਚ ਵਸਣ, ਜਿਸ ਕਰਕੇ ਆਪਾਂ ਲੋਕ ਸੁਖੀਏ ਪਰਲੋਕ ਸੁਹੇਲੇ ਹੋਈਏ ਜੀ। ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਇੱਥੇ ਹੀ ਸਮਾਪਤੀ ਹੈ ਜੀ। ਉਸ ਤੋਂ ਉਪਰੰਤ ਆਪਾਂ ਅਰਦਾਸ ਬੇਨਤੀ ਦੇ ਅੰਦਰ ਸ਼ਾਮਲ ਹੋਈਏ। ਹੋਈਆਂ ਬੇਅੰਤ ਭੁੱਲਾਂ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਆਪ ਸੰਗਤਾਂ ਦਾ ਧੰਨਵਾਦ।
ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੀਆਂ ਹਾਜ਼ਰੀਆਂ ਭਰ ਕੇ ਕਥਾ ਕੀਰਤਨ ਸਰਵਣ ਕਰਕੇ, ਪਰਮੇਸ਼ਰ ਦਾ ਜਸ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹੋ। ਕਿਉਂਕਿ ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਇਹ ਬਚਨ ਕਹੇ ਹਨ ਕਿ ਕਥਾ ਕੀਰਤਨ ਸੁਖਦਾਈ, ਕਿ ਇਹ ਦੋ ਸਾਧਨ ਹਨ, ਕਥਾ ਹੈ, ਕੀਰਤਨ ਹੈ। ਜਦੋਂ ਕੋਈ ਕੀਰਤਨ ਸਰਵਣ ਕਰਨ ਲੱਗ ਜਾਂਦਾ ਜਾਂ ਕਥਾ ਸਰਵਣ ਕਰਦਾ ਤੇ ਇਹ ਸੁਖ ਦੇਣ ਵਾਲੇ ਹਨ। ਇਹਨਾਂ ਦੇ ਨਾਲ ਸਾਡੇ ਮਨ ਦੇ ਅੰਦਰ ਸ਼ਰਧਾ, ਭਾਵਨਾ, ਚੰਗੇ ਗੁਣ ਜਿਹੜੇ ਆ ਪੈਦਾ ਹੁੰਦੇ ਆ। ਇਸ ਕਰਕੇ ਸਤਿਗੁਰਾਂ ਨੇ ਆਖਿਆ ਕਿ ਸਾਧ ਸੰਗਤ ਕਰਨੀ ਚਾਹੀਦੀ ਹੈ। ਇਹ ਹੁਕਮ ਹੈ ਸਤਿਗੁਰਾਂ ਦਾ। ਸੋ ਆਓ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਸਤਿਗੁਰੂ ਜੀ ਸਾਨੂੰ ਵੀ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਇੱਥੇ ਹੀ ਸਮਾਪਤੀ ਕਰੀਏ ਜੀ। ਹਲਤ ਪਲਤ ਪ੍ਰਭ ਦੋਵੈ ਸਵਾਰੇ, ਹਮਰਾ ਗੁਣ ਅਵਗਣ ਨਾ ਵਿਚਾਰਿਆ। ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤੁ, ਨਾਨਕ ਹੋਤ ਨਿਹਾਲ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨਹਾਰ। ਤੂੰ ਠਾਕੁਰ ਤੁਮ ਪਹਿ ਅਰਦਾਸ।